ਮਗਦੇ ਬੋਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੁਰਮਤਿ ਫਲਸਫਾ ਔਰ ਮੈਂ ਹਾਂ ਭਲਿੰਦਰ ਸਿੰਘ। ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸਾਡੇ ਮਹਿਮਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਕਠਿਆਲੀ, ਸਾਬਕਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਆਓ ਪ੍ਰੋਗਰਾਮ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਔਰ ਇਹਨਾਂ ਦੇ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਅੱਜ ਅਸੀਂ ਕਾਫੀ ਸਮੇਂ ਬਾਅਦ ਰੂਬਰੂ ਹੋਏ ਹਾਂ। ਕੁਝ ਜ਼ਿੰਦਗੀ ਦੇ ਰੁਝੇਵਿਆਂ ਕਰਕੇ ਸਮਾਂ ਕਈ ਵਾਰ ਨਹੀਂ ਮਿਲ ਪਾਉਂਦਾ, ਉਸ ਲਈ ਚਲੋ ਮਾਫੀ ਚਾਹੁੰਦੇ ਹਾਂ। ਸੋ ਅੱਜ ਦਾ ਵਿਸ਼ਾ ਸਾਡਾ ਇੱਕ ਦੋ ਵਿਸ਼ੇ ਹੀ ਮੇਨ ਇਹ ਰਹਿਣਗੇ ਕਿ ਜੋ ਪਿਛਲੇ ਦਿਨੀ ਇੱਕ ਮੰਗ ਉੱਠੀ ਹੈ, ਇੱਕ ਵਾਰ ਫਿਰ ਤੋਂ ਮੰਗ ਉੱਠੀ ਹੈ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਜੋ ਕਿ ਸਾਡਾ ਇਤਿਹਾਸਿਕ ਅਤੇ ਪਵਿੱਤਰ ਸ਼ਹਿਰ ਹੈ, ਇਸ ਨੂੰ ਇੱਕ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਜੋ ਹੈ ਸਿੱਖ ਜਥੇਬੰਦੀਆਂ ਵੱਲੋਂ ਫਿਰ ਤੋਂ ਉਠਾਈ ਗਈ ਹੈ। ਡੀਸੀ ਨੂੰ ਮੰਗ ਪੱਤਰ ਜੋ ਹੈ ਉਹ ਦਿੱਤਾ ਗਿਆ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇ ਹਿੰਦੂਆਂ ਦੇ ਧਾਰਮਿਕ ਸਥਾਨਾਂ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਹੈ ਉਹ ਦਿੱਤਾ ਜਾ ਸਕਦਾ ਹੈ, ਤਾਂ ਅੰਮ੍ਰਿਤਸਰ ਸਾਹਿਬ ਜੋ ਕਿ ਸਭ ਤੋਂ ਹੀ ਪੁਰਾਣਾ ਅਤੇ ਸਭ ਤੋਂ ਹੀ ਮਸ਼ਹੂਰ ਜੋ ਕਿ ਦੁਨੀਆ ਵਿੱਚ ਇਹ ਸ਼ਹਿਰ ਹੈ, ਇਸ ਨਾਲ ਵਿਤਕਰਾ ਜੋ ਹੈ ਕਿਉਂ ਕੀਤਾ ਜਾ ਰਿਹਾ ਹੈ? ਭਾਈ ਸਾਹਿਬ ਜੀ, ਕੀ ਕਹੋਗੇ ਇਸ ਬਾਰੇ ਕਿ ਕਿਉਂ ਵਿਤਕਰਾ ਅੰਮ੍ਰਿਤਸਰ ਦੇ ਨਾਲ ਹੋ ਰਿਹਾ? ਗੁਰੂ ਰਾਮਦਾਸ ਦਾ ਘਰ ਹੈ ਜੀ। ਤੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾ ਨਾਨਕ ਕਸਮ ਲਜਾਹੇ ਨਾਏ ਰਾਮਦਾਸ ਸਰ। ਉਹ ਮਹਾਨ ਪਵਿੱਤਰ ਸਥਾਨ ਹੈ ਜਿਹਦੇ ਦਰਵਾਜ਼ੇ 4 ਹੈ। ਜਦੋਂ ਉੱਚੀ ਜਾਤੀ ਬ੍ਰਾਹਮਣ ਨੇ ਜਿਨ੍ਹਾਂ ਨੂੰ ਧੱਕੇ ਮਾਰ ਕੇ ਆਪਣੇ ਧਾਰਮਿਕ ਸਥਾਨਾਂ ਤੋਂ ਪਾਸੇ ਕੱਢਿਆ, ਹਾਂਜੀ, ਕਿ ਤੁਸੀਂ ਇੱਥੇ ਵੜ ਨਹੀਂ ਸਕਦੇ, ਤੇ ਮੇਰੇ ਪਾਤਸ਼ਾਹ ਨੇ ਦਰਵਾਜ਼ੇ ਖੋਲ੍ਹ ਦਿੱਤੇ ਕਿ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਇੱਥੇ ਕੋਈ ਵੀ ਆਵੇ। ਤੇ ਗੁਰਬਾਣੀ ਦੇ ਵਿੱਚ ਜਿਨ੍ਹਾਂ ਨੂੰ ਦਰਕਾਰਿਆ ਗਿਆ, ਨਕਾਰਿਆ ਗਿਆ, ਉਹਨਾਂ ਦੇ ਬੋਲਾਂ ਨੂੰ ਸਨਮਾਨ ਮਿਲਿਆ। ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਜੀ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਨੇ ਇਹ ਪੂਰੀ ਮਨੁੱਖਤਾ ਨੂੰ ਪਿਆਰ ਕਰਦੇ ਆ। ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਵਸਾਇਆ ਸ਼ਹਿਰ ਹੈ, ਇਹ ਮਹਾਨ ਪਵਿੱਤਰ ਹੈ। ਇਹ ਹਮੇਸ਼ਾ ਹੀ ਮੰਗ ਜਿਹੜੀ ਅੱਜ ਤੋਂ ਨਹੀਂ, ਸੰਤਾਂ ਵੇਲੇ ਵੀ ਉੱਠਦੀ ਰਹੀ ਹੈ ਜੀ। ਇਹ 82 ਤੋਂ ਇਹ ਹਮੇਸ਼ਾ ਹੀ ਰਹੀ ਹੈ ਸਿੱਖਾਂ ਦੇ ਵੀ। ਦੇਖੋ ਜਿਹੜੇ ਇਹ ਧਾਰਮਿਕ ਸਥਾਨ ਨੇ, ਜਿਹੜੇ ਮੰਦਿਰ ਵਗੈਰਾ ਜਿੱਥੇ ਇਹਨਾਂ ਨੇ ਉਹਨਾਂ ਨੂੰ ਪਵਿੱਤਰ ਸ਼ਹਿਰ ਦੇ ਦਰਜੇ ਵੀ ਦਿੱਤੇ ਹੋਏ ਨੇ। ਹਾਂਜੀ, ਹੁਣ ਕਿੰਨਾ ਖੂਨ ਜਿਹੜਾ ਡੁੱਲਿਆ ਇੱਥੇ ਆਪਣੇ ਇਹ ਕੁਰੂਕਸ਼ੇਤਰ ਜੀ, ਉਹ ਚਾਚੇ ਤਾਏ ਦੇ ਮੁੰਡੇ ਲੜੇ ਆ ਉਸ ਵਿੱਚ, ਤੇ ਲੜਾਈ ਹੋਈ ਹੈ ਸ਼ਰਾਬ ਪੀ ਕੇ, ਜੂਆ ਖੇਡ ਕੇ, ਤੇ ਉਹ ਆਪਣੀ ਜਨਾਨੀ ਵੇਚ ਦਿੱਤੀ। ਤੇ ਉਹ ਧਰਮ ਕਹਿੰਦੇ ਨੇ ਵੀ ਇਹ ਹੈ ਨਾ ਆਪਣੇ ਜੀ ਧਰਮ ਪੁੱਤਰ, ਤੇ ਧਰਮ ਪੁੱਤਰ ਇਹ ਇੱਦਾਂ ਲੜੇ ਆ ਵੀ ਉਹ ਮੁੜ ਕੇ ਉਹ ਜਨਾਨੀ ਜਿਹੜੀ ਦ੍ਰੋਪਦੀ ਉਹ ਵੀ ਉਹਨਾਂ ਨੇ ਲੈ ਲਈ, ਉਹਨੂੰ ਬੇਇੱਜ਼ਤੀ ਵੀ ਕੀਤਾ। ਅਖੀਰ ਕ੍ਰਿਸ਼ਨ ਵਰਗਾ ਸਿਆਣਾ ਜਿਹੜਾ ਹੈ ਸੀ ਉਸ ਟਾਈਮ ਦਾ, ਬਿੰਦਰਾ ਬੰਦਾ ਰਾਜਾ, ਤੇ ਉਹਨੇ ਜਾ ਕੇ ਸਮਝਾਇਆ ਵੀ ਛੱਡੋ, ਜੇ ਹੁਣ ਤੁਸੀਂ ਕੋਈ ਇਹਨਾਂ ਨੂੰ 2-4 ਪਿੰਡ ਹੀ ਦੇ ਦਿਓ। ਉਹ ਕਹਿੰਦੇ ਸੂਈ ਨਹੀਂ ਜਗਣ ਦੇਣੀ, ਤੇ ਲੜਾਈ ਹੋਈ ਤੇ ਖੂਨ ਡੁੱਲਿਆ, ਤੇ ਖੂਨ ਦੇ ਉੱਥੇ ਲਾਸ਼ਾਂ ਵਿਛੀਆਂ, ਉੱਥੇ ਆਪਸ ਵਿੱਚ ਚਾਚੇ ਤਾਏ ਦੇ ਮੁੰਡੇ ਲੜੇ ਨੇ। ਤੇ ਉਹ ਸਥਾਨ ਤੁਸੀਂ ਵੇਖ ਲਓ, ਉਹ ਕਹਿੰਦੇ ਨੇ ਜੀ ਪਵਿੱਤਰ ਸ਼ਹਿਰ ਹੈ ਸਾਡਾ, ਜਿੱਥੇ ਲਾਸ਼ਾਂ ਦੇ ਢੇਰ ਲੱਗੇ ਨੇ। ਹੋਰ ਵੀ ਹੈ ਨਾ, ਮੁਬਾਰਕਬਾਦ ਦੇਣ, ਚੰਗੀ ਗੱਲ ਹੈ ਜੀ। ਇਹ ਸਮੇਂ-ਸਮੇਂ ਸਿੱਖ ਜਥੇਬੰਦੀਆਂ ਤੇ ਸੰਤਾਂ ਨੇ ਵੀ ਇਹ ਗੱਲ ਕੀਤੀ ਸੀ ਕਿ ਦਰਬਾਰ ਸਾਹਿਬ ਨੂੰ ਜਿਹੜਾ ਹੈ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨੂੰ, ਉਹ ਹੈ ਪਵਿੱਤਰ ਹੈ, ਵੀ ਇਹਨੂੰ ਜਿਹੜਾ ਆ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਚਾਹੀਦਾ। ਇੱਥੋਂ ਇਹ ਮੀਟ ਸ਼ਰਾਬ ਜਾਂ ਹੋਰ ਬੀੜੀ ਸਿਗਰਟ ਜਿਹੜੀ ਹੈ ਇੱਥੇ ਪਾਬੰਦੀ ਲੱਗਣੀ ਚਾਹੀਦੀ ਹੈ। ਵੈਸੇ ਸਰਕਾਰੀ ਤੌਰ 'ਤੇ ਪਾਬੰਦੀ ਹੈ, ਪਰ ਚੱਲੀ ਜਾਂਦਾ ਜੇ ਵੀ। ਹੁਣ ਤੁਸੀਂ ਇਹ ਗੱਲ ਵੇਖੋ ਵੀ ਜਦੋਂ ਇਹ ਮੰਗ ਉੱਠਦੀ ਸੀ, ਤੇ ਇਹਨੂੰ ਮੰਗ ਜਿਹੜੀ ਸੀ ਇਹਨੂੰ ਖਾਲਸਾ ਨਾਲ ਜੋੜ ਕੇ ਅੰਮ੍ਰਿਤਸਰ ਦੇ ਵਿੱਚ ਹੀ ਬੈਠੇ ਜਨੂਨੀ ਲੋਕ, ਜਿਨ੍ਹਾਂ ਦੇ ਅੰਦਰ ਕੱਟੜਤਾ, ਫਿਰਕਾ ਪ੍ਰਸਤ, ਜਿਹਨਾਂ ਦੀਆਂ ਰੋਟੀਆਂ ਇੱਦਾਂ ਚੱਲਦੀਆਂ ਨੇ ਫਿਰਕਾ ਪ੍ਰਸਤ ਦੀ ਬੋਲ ਬੋਲ ਕੇ, ਉਹਨਾਂ ਨੂੰ ਪਤਾ 4 ਬੋਲ ਫਲਾਣੇ ਨੂੰ ਗਾਲਾਂ ਕੱਢਾਂਗੇ ਤੇ ਸਿਕਿਉਰਿਟੀ ਮਿਲੇਗੀ, ਤੇ ਸਿਕਿਉਰਿਟੀ ਦਾ ਜਿਹੜਾ ਖਰਚਾ ਉਹ ਤੇ ਲੋਕਾਂ ਦੇ ਉੱਤੇ, ਕਮਰ ਤੇ ਲੋਕਾਂ ਦੀ ਟੁੱਟਣੀ। ਤੁਸੀਂ ਵੇਖੋ ਬੜੇ ਬੜੇ ਘਟੀਆ ਕਿਸਮ ਦੇ ਲੋਕ ਨੇ,
ਉੱਥੇ ਇੱਕ ਫਿਰਕਾਪ੍ਰਸਤ ਜਦੋਂ ਉਹ ਇਹ ਦੂਸਰੀ ਗਾਲਾਂ ਕੱਢਦੇ ਨੇ ਤੇ ਉਹਨਾਂ ਨੂੰ ਸਿਕਿਉਰਿਟੀ ਮਿਲੀ ਹੋਈ ਹੈ 30 35 ਬੰਦੇ, ਤੇ ਮੇਰਾ ਖਿਆਲ ਉਹ ਮੇਰਾ ਖਿਆਲ ਪੰਜ ਜਿੱਦਾਂ ਵੇਖੀਏ ਨਾ ਵੀ ਡਾਗ ਕਿਸਮ ਦੇ ਲੋਕ ਨੇ, ਉਹ ਨਾ ਉਹ ਪੜ੍ਹੇ ਲਿਖੇ ਨੇ, ਨਾ ਉਹਨਾਂ ਨੂੰ ਬੋਲਣ ਦੀ ਅਕਲ ਹੈ। ਤੇ ਇਸ ਕਰਕੇ ਇਹ ਜਿਹੜਾ ਜਦੋਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਹੈ ਤੇ ਇਹ ਉਸ ਥਾਂ ਦੀ ਮਹਾਨਤਾ ਜਿਹੜੀ ਵੈਸੇ ਕੋਈ ਘਟਾ ਨਹੀਂ ਸਕਦਾ, ਉਹਦੇ ਆਪਣੇ ਆਪ ਵਿੱਚ ਮਹਾਨਤਾ ਹੈ। ਵੈਸੇ ਫਰਜ਼ ਬਣਦਾ ਜਿੱਥੇ ਲੱਖਾਂ ਲੋਕ ਆ ਕੇ ਨਤਮਸਤਕ ਹੋ ਰਹੇ ਆ, ਉੱਥੇ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦਾ ਜੀਵਨ ਇਹੋ ਜਿਹਾ ਸੀ ਕਿ ਇੱਕ ਸਮਾਂ ਸੀ ਉਹ ਬਚਪਨ 'ਚ ਯਤੀਮ ਹੋ ਗਏ ਤੇ ਆਪਣਿਆਂ ਵੀ ਉਹਨਾਂ ਨੂੰ ਬੇਸਹਾਰਾ ਕਰ ਦਿੱਤਾ ਤੇ ਸਹਾਰਾ ਨਹੀਂ ਸੀ ਦਿੱਤਾ। ਅੱਜ ਉਹ ਗੁਰੂ ਰਾਮਦਾਸ ਦਾ ਘਰ ਇਹੋ ਜਿਹਾ ਹੈ, ਸੱਚੇ ਪਾਤਸ਼ਾਹ ਮਹਾਰਾਜ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਕਿ ਜਿੱਥੇ ਆ ਕੇ ਉਹ ਹਰੇਕ ਦਾ ਸਹਾਰਾ ਬਣਦੇ ਪਏ ਨੇ। ਉਹਨਾਂ ਜ਼ਿੰਦਗੀ 'ਚ ਬੜੇ ਕਸ਼ਟ ਝੱਲੇ ਉਹਨਾਂ ਨੇ ਆਪਣੀ ਦੇ, ਉਹਨਾਂ ਦੱਸਿਆ ਵੀ ਕਿਸ ਤਰ੍ਹਾਂ ਜ਼ਿੰਦਗੀ ਸੰਘਰਸ਼ ਕੀਤਾ ਜਾਂਦਾ। ਤੇ ਉਹ ਗੁਰੂ ਰਾਮਦਾਸ ਮਹਾਰਾਜ ਦਾ ਘਰ ਜਿਹੜਾ ਹੈ ਉਹਦੇ ਵਿੱਚ ਅਸਲ ਸਰਕਾਰ ਦੀ ਜਿਹੜੀ ਨੀਤੀਆਂ, ਦੇਖੋ ਨੇਤਾ ਤੇ ਨੇਤਾ ਦੀ ਨੀਤੀ, ਹਾਂਜੀ, ਉਹਨਾਂ ਦੇ ਅੰਦਰ ਇੱਕ ਜਦੋਂ ਨੀਤ, ਭਾਵੇਂ ਉਹ ਸਰਕਾਰ ਭਾਵੇਂ ਕਾਂਗਰਸ ਦੀ ਹੋਵੇ, ਭਾਵੇਂ ਬੀਜੇਪੀ ਦੀ ਹੋਵੇ, ਭਾਵੇਂ ਹੋਰ ਵੀ ਕਿਸੇ ਦੀ ਪਾਰਟੀ ਹੋਵੇ, ਜਦੋਂ ਸਾਡੀ ਨੀਤ 'ਚ ਖੋਟ ਹੈ। ਤੇ ਦੂਸਰੀ ਗੱਲ ਹੈ ਭਾਵੇਂ ਇਹ ਮਸਲਾ ਸੈਂਟਰ ਦੇ ਵਿਚਾਰਨ ਵਾਲਾ ਜਾਂ ਆਪਣੇ ਪੰਜਾਬ ਸਟੇਟ ਜਿਹੜੀ ਹੈ ਉਹਦੇ ਵਿੱਚ ਭਾਵੇਂ ਅਕਾਲੀਆਂ ਦੀ ਸਰਕਾਰ ਆਈ ਹੈ, ਨੀਤੀ ਉਹਨਾਂ ਦੀ ਖੋਟੀ ਰਹੀ ਹੈ, ਕਾਂਗਰਸ ਦੀ ਸਰਕਾਰ ਇਹ ਨੀਤੀ ਉਹਨਾਂ ਦੀ ਖੋਟੀ ਰਹੀ ਹੈ। ਇਸ ਕਰਕੇ ਇਹ ਜਿਹੜੀ ਮੰਗ ਸਿੱਖ ਜਥੇਬੰਦੀਆਂ ਦੀ ਇੰਨੇ ਚਿਰ ਤੋਂ ਜਿਹੜੀਆਂ ਮੰਗਾਂ ਉਠਾਈਆਂ ਜਾ ਰਹੀਆਂ ਸੀ, ਮੁੜ ਕੇ ਇਹੋ ਹੀ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਵੀ ਐਡ ਕੀਤੀ ਗਈ ਤੇ ਇਹਨੂੰ ਇਹਨਾਂ ਨੇ ਮੰਗ ਨੂੰ ਬਣਾ ਕੇ ਪਤਾ ਨਹੀਂ ਕੀ ਕਰ ਦਿੱਤਾ ਜੀ। ਇਹ ਵੱਖਵਾਦੀ ਨੇ, ਇਹ ਕੀ ਕਹਿਣ ਤੋਂ ਭਾਵ ਇਹ ਹੈ ਕਿ ਇਹ ਖਾਲਿਸਤਾਨ ਸੋਚ, ਇਹਨਾਂ ਨੂੰ ਇਹ ਖਾਲਿਸਤਾਨ, ਖਾਲਸੇ ਦੇ ਅਰਥ ਦਾ ਪਤਾ ਹੀ ਕੋਈ ਨਹੀਂ। ਇਹਨਾਂ ਨੂੰ ਖਾਲਸੇ ਦੇ ਅਰਥ ਦਾ ਪਤਾ ਹੋਵੇ ਤਾਂ ਇਹਨੂੰ ਪਤਾ ਲੱਗ ਜੇ ਵੀ ਇਹ ਖਾਲਸੇ ਦੇ ਅਰਥ ਕੀ ਨੇ, ਉਹਦੇ ਮਾਇਨੇ ਕੀ ਨੇ। ਪਰ ਹੁਣ ਬੇਲ ਅਕਲੇ ਲੋਕਾਂ ਦੇ ਨਾਲ ਕੋਈ ਸਿਰਕੀ ਖਪਾਵੇ, ਇਸ ਕਰਕੇ ਸਿੱਖ ਜਥੇਬੰਦੀਆਂ ਦੀ ਇਹ ਵਾਜਬ ਮੰਗ ਹੈ ਸਰਕਾਰ ਤੋਂ। ਤੇ ਕੋਈ ਸਰਕਾਰ ਨੇ ਇਹ ਕਰਨਾ ਹੁੰਦਾ ਹਾਂਜੀ ਕਿ ਤੁਸੀਂ ਅੰਮ੍ਰਿਤਸਰ ਸ਼ਹਿਰ ਜਿਹੜਾ ਉਹਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨਾ ਵਿਕਣ। ਇਹ ਇੱਕ ਇਤਿਹਾਸਕ ਸ਼ਹਿਰ ਹੈ ਤੇ ਧਾਰਮਿਕ ਸਾਰਾ ਸਿੱਖੀ ਦਾ ਇਹ ਧੁਰਾ ਆ ਜੀ, ਤੇ ਸਿੱਖ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ। ਔਰ ਇਹਦੇ ਵਿੱਚ ਇਹ ਨਹੀਂ ਵੀ ਉੱਥੇ ਇਕੱਲੇ ਸਿੱਖ ਹੁੰਦੇ ਨੇ ਜੀ, ਉੱਥੇ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਪਤਾ ਨਹੀਂ ਕਿੰਨੀ ਕੁ ਦੁਨੀਆ ਉੱਥੇ ਨਤਮਸਤਕ ਹੋਣ ਹੁੰਦੀ ਹੈ। ਇਸ ਕਰਕੇ ਪਤਾ ਨਹੀਂ ਇੱਥੋਂ ਬਾਹਰੋਂ ਕਿੰਨੇ ਲੋਕ ਜਾਂਦੇ ਨੇ। ਤੇ ਇਸ ਕਰਕੇ ਉਹ ਮਹਾਨ ਸਥਾਨ ਹੈ ਜਿਹਦੇ ਪ੍ਰਤੀ ਮੇਰੇ ਪਾਤਸ਼ਾਹ ਨੇ ਕਿਹਾ ਸੀ ਡਿੱਠੇ ਸਾਹਿਬ, ਠੀਕ ਹੈ ਕਈ ਲੋਕੀ ਅਰਥ ਕੱਢਣਗੇ। ਇੱਕ ਵਿਦਵਾਨ ਮੈਨੂੰ ਮਿਲਿਆ ਨੇ ਜੀ, ਇਹਦੇ ਅਰਥ ਇਹ ਨਹੀਂ ਹੁੰਦੇ। ਮੈਂ ਕਿਹਾ ਯਾਰ ਤੂੰ ਜਿੱਦਾਂ ਮਰਜ਼ੀ ਕੱਢੀ ਜਾ, ਥੋੜ੍ਹੀ ਬਹੁਤੀ ਭਾਵਨਾਵਾਂ ਹੁੰਦੀ ਹੈ। ਮੈਂ ਕਿਹਾ ਇਹ ਮੈਂ ਕਿਹਾ ਗੁਰੂ ਰਾਮਦਾਸ ਮਹਾਰਾਜ ਦਾ ਘਰ ਹੈ, ਇਹ ਬੱਧੋ ਪੁਰਖ ਵਿਧਾਤਾ ਹੈ, ਇਹਨੂੰ ਕਰਤੇ ਨੇ ਆਪ ਬੱਧਿਆ ਤੇ ਤਾਂ ਤੋਂ ਸੋਹਿਆ ਤੇ ਤਾਂ ਤੋਂ ਸੋਹਣਾ ਲੱਗਦਾ ਹੈ। ਇਸ ਕਰਕੇ ਉਹ ਮਹਾਨ ਸਥਾਨ ਦੀ ਜਿਹੜੀ ਮੰਗ ਹੈ ਸਰਕਾਰ ਨੂੰ ਆਪਣੀ ਫਰਾਕ ਦੇ ਲਈ ਜਿਹੜੀ ਵਿਖਾਉਣੀ ਚਾਹੀਦੀ ਹੈ। ਕਿਉਂਕਿ ਮੈਨੂੰ ਗੱਲ ਯਾਦ ਆ ਗਈ ਵੀ ਇੱਕ ਇਸਲਾਮ ਦਾ ਵਿਦਵਾਨ ਹੈ ਤੇ ਉਹ ਕੁਰਾਨ ਦਾ ਉਲੱਥਾ ਕਰ ਰਿਹਾ ਕੀਤਾ ਉਹਨੇ, ਉਹ ਰੋ ਰਿਹਾ ਤੇ ਮਹਾਰਾਜਾ ਰਣਜੀਤ ਸਿੰਘ ਜਾ ਰਹੇ ਨੇ ਤੇ ਪਤਾ ਕੀਤਾ ਵੀ ਕਿਉਂ ਰੋ ਰਿਹਾ। ਉਹ ਕਹਿੰਦਾ ਮੈਂ ਰੋਣਾ ਤਾਂ ਆਇਆ ਕਿ ਮੈਂ ਇੰਨੀ ਮਿਹਨਤ ਕੀਤੀ ਹੈ, ਕੁਰਾਨ ਦਾ ਉਲੱਥਾ ਕੀਤਾ, ਜੇ ਮੇਰੇ ਰਾਜ ਦਾ, ਜੇ ਇੱਥੇ ਰਾਜਾ ਇਸਲਾਮ ਦਾ ਹੁੰਦਾ ਤੇ ਉਸ ਦਾ ਮੈਨੂੰ ਇਨਾਮ ਦਿੰਦਾ, ਮੇਰਾ ਸਤਿਕਾਰ ਕਰਦਾ ਤੇ ਮੇਰੀ ਮਤਲਬ ਕਿ ਮੇਰੀ ਮਿਹਨਤ ਦਾ ਮੁੱਲ ਪੈਂਦਾ। ਅੱਛਾ, ਤੇ ਮਹਾਰਾਜਾ ਰਣਜੀਤ ਸਿੰਘ ਨੇ ਹੁਕਮ ਕੀਤਾ ਵੀ ਇਹਦਾ ਪੂਰਾ ਮਾਨ ਸਨਮਾਨ ਕੀਤਾ ਜਾਵੇ, ਸਤਿਕਾਰ ਕੀਤਾ ਜਾਵੇ। ਉਹ ਗਾਂਹ ਜਾਂਦੇ ਨੇ, ਉਹਨੇ ਫਿਰ ਰੋਣਾ ਸ਼ੁਰੂ ਕਰ ਦਿੱਤਾ। ਉਹਨੂੰ ਪੁੱਛਿਆ ਵੀ ਹੁਣ ਤੂੰ ਕਿਉਂ ਰੋ ਰਿਹਾ? ਉਹ ਕਹਿੰਦਾ ਮੈਂ ਕਹਿੰਦਾ ਕਿ ਸਾਰੀ ਦੁਨੀਆ ਦੇ ਰਾਜੇ ਜਿਹੜੇ ਹੈ ਨਾ, ਸਾਰੇ ਮੁਲਕਾਂ ਦੇ ਰਾਜੇ ਜਿਹੜੇ ਨਾ, ਉਹ ਸਿੱਖ ਹੋਵੇ, ਮਹਾਰਾਜਾ ਰਣਜੀਤ ਸਿੰਘ ਵਰਗਾ ਹੋਵੇ। ਹੁਣ ਗੱਲ ਇਹ ਹੈ ਕਿ ਉਹੋ ਜਿਹਾ ਰਾਜਾ ਜਿਹੜਾ ਉਹ ਧਾਰਮਿਕ ਸਥਾਨਾਂ ਨੂੰ ਸਾਰਿਆਂ ਨੂੰ ਮਾਨ ਸਨਮਾਨ ਸਤਿਕਾਰ ਦਿੰਦਾ ਸੀ। ਉਹੋ ਜਿਹਾ ਰਾਜਾ ਜਿਹੜਾ ਹੈ ਜੇ ਕੋਈ ਮਿਲੇ ਤੇ ਫੇਰ ਹੀ ਗੱਲ ਬਣੇਗੀ। ਇਸ ਕਰਕੇ ਇਹਨਾਂ ਦੀ ਤੇ ਹੁਣ ਸਾਡੀ ਜਿਹੜੀ ਰਾਜਨੀਤੀ ਆ ਉਹ ਤੇ ਗੰਦੀ ਪੋਲਿਟਿਕਸ ਬਣ ਚੁੱਕੀ ਹੈ ਵੀ ਜਿਹੜੇ ਬਹੁਤੇ ਲੋਕ ਨੇ ਉਹਨਾਂ ਨੂੰ ਡਰਾ ਕੇ ਵੀ ਅਸੀਂ ਤੁਹਾਡੇ ਰਖਵਾਲੇ ਆ ਤੇ ਵੋਟ ਦੀ ਰਾਜਨੀਤੀ ਹੈ ਤੇ ਇੰਨੀ ਡਰਟੀ ਹੋ ਚੁੱਕੀ ਹੈ ਰਾਜਨੀਤੀ। ਉਹਨਾਂ ਨੂੰ ਖੁਸ਼ ਕਰਨਾ, ਦੂਜਿਆਂ ਦੀਆਂ ਭਾਵੇਂ ਲਾਸ਼ਾਂ ਦੇ ਢੇਰ ਲਾਉਣੇ ਪੈਣ। ਇਸ ਕਰਕੇ ਤੇ ਇਹ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਇਹਨਾਂ ਦੇ ਅੰਦਰ ਵਸਣ, ਇਹਨਾਂ ਨੂੰ ਸਮਤ ਬਖਸ਼ਣ, ਇਹਨਾਂ ਨੂੰ ਅਕਲ ਆਵੇ। ਬਾਕੀ ਉਹ ਮਹਾਨ ਸਥਾਨ ਹੈ, ਪਵਿੱਤਰ ਹੈ, ਪਵਿੱਤਰ ਰਹਿਣਾ। ਹਾਂ, ਉੱਥੇ ਵਸਣ ਵਾਲੇ ਜੇ ਕੁਝ ਲੋਕ ਨੇ ਜੇ ਉਹਨਾਂ ਦੀ ਸੋਚ ਗੰਦੀ ਹੈ, ਮੇਰੇ ਖਿਆਲ ਸਭ ਤੋਂ ਜ਼ਿਆਦਾ ਰੁਕਾਵਟ ਉਹੀ ਬਣਦੇ ਨੇ। ਉਹਦੇ ਤੱਕ ਰੁਕਾਵਟ ਬਣ ਜਾਂਦੇ ਹੁੰਦੇ ਨੇ ਵੀ ਜੇ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਂ ਦੇ ਉੱਤੇ ਯੂਨੀਵਰਸਿਟੀ ਖੋਲ੍ਹਦੀ ਹੈ ਤਾਂ ਉਹਨੂੰ ਗੁਰੂ ਨਾਨਕ ਜਿਹੜਾ ਹੈ ਸਭ ਦਾ ਸਾਂਝਾ, ਉਹਨਾਂ ਨੂੰ ਉਹ ਨਹੀਂ ਬਰਦਾਸ਼ਤ ਹੁੰਦਾ। ਤੇ ਜੇ ਆਪਣੇ ਕੋਈ ਵੀ ਹੈ ਜੇ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਹਸਪੀਟਲ ਖੁੱਲ੍ਹਦਾ ਤੇ ਉਹਨਾਂ ਨੂੰ ਉੱਥੇ ਵੀ ਦਰਦ ਹੋਣ ਲੱਗ ਪੈਂਦੀ ਹੈ। ਪਤਾ ਨਹੀਂ ਸੋਚਣਾ ਕਈ ਇੱਦਾਂ ਹੁੰਦਾ ਵੀ ਕਿਰਤ ਘਣ ਉਹਨਾਂ ਨੂੰ ਕਿਹਾ ਜਾਂਦਾ ਵੀ ਜਿਹੜੇ ਖਾਂਦੇ ਵੀ ਨੇ
ਤੇ ਖਾ ਕੇ ਤੇ ਫਿਰ ਕਹਿੰਦੇ ਨਾਲੇ ਖਾਣਾ ਨਾਲੇ ਬਰਲਾਣਾ ਤੇ ਨਾਲੇ ਉੱਥੇ ਹੁਣ ਦੀ ਸੋਚ ਜਿਹੜੀ ਇੰਨੀ ਗੰਦੀ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਆ ਵੀ ਸਮਾਂ ਤੇ ਬਖਸ਼ਣ। ਬਾਕੀ ਸਰਕਾਰਾਂ ਦੀਆਂ ਨੀਤਾਂ ਜਿਹੜੀਆਂ ਖੋਟੀਆਂ ਨੇ, ਇਹਨਾਂ ਨੇ ਪਤਾ ਨਹੀਂ ਇਹ ਮੰਗ ਜਿਹੜੀ ਹੈ ਇਹ ਸਿੱਖਾਂ ਦੀ ਭਾਵਨਾਵਾਂ ਨਾਲ ਜੁੜੀ ਹੋਈ ਹੈ ਤੇ ਜਿਹੜਾ ਗੁਰੂ ਨਾਨਕ ਲੇਵਾ ਸਿੱਖ ਹੈ ਔਰ ਹੋਰ ਵੀ ਜਿਹੜਾ ਕੋਈ ਦੂਸਰੇ ਧਰਮ ਦਾ ਉਹਦੀ ਵੀ ਨਾਲ ਵੀ ਜੁੜੀ ਹੋਈ ਹੈ। ਇਹ ਕੁਝ ਕੁ ਤੰਗਦਿਲੀ ਦੇ ਲੋਕ ਨੇ ਜਿਹੜੇ ਫਿਰਕਾ ਪ੍ਰਸਤ, ਉਹਨਾਂ ਨੂੰ ਵੀ ਚੰਗੀ ਨਹੀਂ ਲੱਗਦੀ। ਇਸ ਕਰਕੇ ਧਾਰਮਿਕ ਸਥਾਨਾਂ ਦਾ ਸਤਿਕਾਰ ਜਿਹੜਾ ਹੈ ਉਹ ਸਰਕਾਰਾਂ ਨੂੰ ਵਾਜਬ ਕਰਨਾ ਚਾਹੀਦਾ ਤੇ ਇਹਨਾਂ ਦਾ ਫਰਜ਼ ਹੀ ਬਣਦਾ। ਸਰਕਾਰਾਂ ਲੋਕਾਂ ਨੇ ਬਣਾਈਆਂ ਹੁੰਦੀਆਂ, ਇਹ ਸਰਕਾਰਾਂ ਇਹ ਨਹੀਂ ਹੁੰਦਾ ਵੀ ਅਸੀਂ ਹੁਣ ਇਹ ਇੱਕ ਫਿਰਕੇ ਨੂੰ ਖੁਸ਼ ਕਰਨਾ ਤੇ ਦੂਜਿਆਂ ਵੱਲ ਅਸੀਂ ਧਿਆਨ ਨਹੀਂ ਦੇਣਾ। ਮੇਰੇ ਖਿਆਲ ਇਹ ਮੰਗ ਵਾਜਬ ਹੈ ਸਿੱਖ ਜਥੇਬੰਦੀਆਂ ਦੀ ਤੇ ਸਰਕਾਰ ਨੂੰ ਆਪਣੀ ਜਿਹੜੀ ਕੁੰਭੀ ਨੀਂਦ ਜਿਹੜੀ ਸੁੱਤੀ ਹੋਈ ਹੈ ਇਹ ਤੋਂ ਉੱਠਣਾ ਚਾਹੀਦਾ ਔਰ ਵਿਚਾਰਨਾ ਚਾਹੀਦਾ। ਇਹ ਮੈਸੇਜ ਇਹਨੂੰ ਪੜ੍ਹਨਾ ਚਾਹੀਦਾ ਵੀ ਉਹ ਦਰਵਾਜ਼ੇ ਜਿਹੜੇ 4 ਜਿਹੜੇ ਨੇ ਉੱਥੇ ਸਰੋਵਰ ਜਿਹੜਾ ਉੱਥੇ ਕੋਈ ਵੀ ਜਾਤ ਪਾਤ ਦਾ ਆ ਕੇ ਇਸ਼ਨਾਨ ਕਰਦਾ, ਆਪਣੇ ਇਸ਼ਨਾਨ ਕਰਕੇ ਫਿਰ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਦਾ। ਮੱਥਾ ਟੇਕ ਕੇ ਨਤਮਸਤਕ ਹੋ ਕੇ ਉੱਥੋਂ ਕੀਰਤਨ ਸੁਣ ਕੇ ਔਰ ਫਿਰ ਉਹ ਗੁਰੂ ਕੀ ਪੰਗਤ ਵਿੱਚ ਜਾ ਕੇ ਲੰਗਰ ਛਕਦਾ। ਉੱਥੇ ਇਹ ਨਹੀਂ ਕਿਹਾ ਜਾਂਦਾ ਕਿ ਇਹ ਮੁਸਲਮਾਨ ਹੈ, ਇਹ ਹਿੰਦੂ ਹੈ, ਇਹ ਸਿੱਖ ਹੈ, ਇਹ ਈਸਾਈ ਹੈ, ਇਹ ਬੋਧੀ ਹੈ, ਇਹ ਕੌਣ ਹੈ। ਉੱਥੇ ਸਾਰੇ ਬਰਾਬਰਤਾ ਦਾ ਸਤਿਕਾਰ ਮਿਲਦਾ, ਇੱਕੋ ਹੀ ਪੰਗਤ ਹੈ, ਇੱਕੋ ਸੰਗਤ ਹੈ, ਮਾਨ ਸਨਮਾਨ ਹੈ। ਇਸ ਕਰਕੇ ਜਿੱਥੇ ਇੰਨੀਆਂ ਭਾਵਨਾਵਾਂ ਜੁੜੀਆਂ ਹੋਣ, ਮੈਂ ਕਿਹਾ ਸਰਕਾਰ ਨੂੰ ਥੋੜ੍ਹਾ ਬਹੁਤਾ ਇਹ ਸੋਚਣਾ ਚਾਹੀਦਾ। ਡੀਸੀ ਨੂੰ ਮੰਗ ਪੱਤਰ ਦਿੱਤਾ ਹੈ, ਡੀਸੀ ਦੇ ਵਾਸਤੇ ਚਲੋ ਆਪਾਂ ਇੱਕ ਕਾਨੂੰਨ ਹੁੰਦਾ ਹੈ, ਕਾਨੂੰਨੀ ਪ੍ਰਕਿਰਿਆ ਮੁਤਾਬਕ ਚੱਲਣਾ ਪੈਂਦਾ ਤੇ ਮੇਰਾ ਖਿਆਲ ਹੈ ਸਰਕਾਰ ਨੂੰ ਇੰਨੀ ਅਕਲ ਤੇ ਆ ਜਾਣੀ ਚਾਹੀਦੀ ਹੈ। ਪਹਿਲੀਆਂ ਵੀ ਤੰਗਦਿਲੀਆਂ ਵਾਲੀਆਂ ਸੀ, ਹੁਣ ਵੀ ਫਿਰਕਾ ਪ੍ਰਸਤੀ ਦੀ ਸਰਕਾਰ ਹੈ, ਬਹੁਤੀ ਆਸ ਤੇ ਨਹੀਂ ਹੈ। ਸਤਿਗੁਰੂ ਕਿਰਪਾ ਕਰਨ, ਚਲੋ ਆਸ ਤੇ ਰੱਖਣੀ ਚਾਹੀਦੀ ਹੈ। ਬਿਲਕੁਲ। ਅੰਮ੍ਰਿਤਸਰ ਸ਼ਹਿਰ ਨੂੰ ਜਿਹੜਾ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਵਾਜਿਬ ਹੈ। ਇਹ ਅੱਜ ਹੀ ਤੋਂ ਨਹੀਂ ਉੱਠ ਰਹੀ, ਬੜੇ ਟਾਈਮ ਤੋਂ ਉੱਠ ਰਹੀ ਹੈ ਕਿਉਂਕਿ 1982 ਵਿੱਚ ਵੀ ਇਹ ਮੰਗ ਜਿਹੜੀ ਵੱਡੇ ਪੱਧਰ ਤੇ ਉੱਠੀ ਸੀ ਤੇ ਬਾਅਦ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਵੀ ਇਹ ਗੱਲ ਰੱਖੀ ਗਈ ਸੀ, ਪਰ ਕੋਈ ਵੀ ਕਦਮ ਇਸ ਵੱਲ ਨਹੀਂ ਚੁੱਕਿਆ ਗਿਆ। ਇਕੱਲੇ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਕਰਕੇ ਨਹੀਂ ਇਸ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਗੱਲ ਇਹ ਹੈ ਕਿ ਇੱਥੇ ਹਰ ਇੱਕ ਧਰਮ ਦਾ ਇੱਕ ਸਥਾਨ ਹੈ, ਇੱਕ ਪਵਿੱਤਰ ਸਥਾਨ ਹੈ। ਉਦਾਹਰਨ ਦੇ ਤੌਰ ਤੇ ਦੁਰਗਿਆਣਾ ਮੰਦਿਰ ਵੀ ਇੱਥੇ ਸੁਸ਼ੋਭਿਤ ਹੈ। ਸੋ ਇੱਥੇ ਇਹਨਾਂ ਗੱਲਾਂ ਕਰਕੇ ਹੀ ਇਸ ਨੂੰ ਪਵਿੱਤਰ ਸ਼ਹਿਰ ਦੀ ਮੰਗ ਵਾਜਿਬ ਉੱਠਦੀ ਹੈ। ਸੋ ਇਹ ਮੰਗ ਤਾਂ ਹੀ ਮਜ਼ਬੂਤ ਬਣਦੀ ਹੈ। ਸੋ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਮੁੱਦਾ ਜਿਹੜਾ ਉਠਾਇਆ ਜਾਣਾ ਚਾਹੀਦਾ ਕਿਉਂਕਿ 4-5 ਮਹੀਨੇ ਚੋਣਾਂ ਵਿੱਚ ਰਹਿ ਗਏ ਨੇ। ਇਹ ਮੰਗ ਜਿਹੜੀ ਆ ਹੋਰ ਵੱਡੇ ਪੱਧਰ ਤੇ ਉਠਾਈ ਜਾਵੇ ਤਾਂ ਜੋ ਸਰਕਾਰਾਂ ਦੇ ਕੰਨਾਂ ਤੱਕ ਇਹ ਗੱਲ ਪਹੁੰਚੇ ਤੇ ਸਿਆਸੀ ਪਾਰਟੀਆਂ ਨੂੰ ਵੀ ਇਸ ਮੁੱਦੇ ਨੂੰ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਜੋ ਹੈ ਸ਼ਾਮਲ ਕਰਨ ਦੀ ਲੋੜ ਹੈ ਤਾਂ ਜੋ ਇਸ ਨੂੰ ਬਾਅਦ ਵਿੱਚ ਅਮਲੀ ਰੂਪ ਦੇ ਵਿੱਚ ਇਸ ਨੂੰ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਲੰਘ ਕੇ ਇਸ ਨੂੰ ਅਮਲੀ ਜਾਮਾ ਜੋ ਹੈ ਉਹ ਪਹਿਨਾਇਆ ਜਾ ਸਕੇ। ਸੋ ਅਗਲੀ ਮੁੱਦੇ ਤੇ ਆਉਂਦੇ ਆ ਕਿ ਥੋੜ੍ਹੇ ਦਿਨ ਪਹਿਲਾਂ ਅਸੀਂ ਗੱਲ ਸੁਣੀ ਆ ਕਿ ਬੜੀ ਮੰਦਭਾਗੀ ਖਬਰ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਖਬਰ ਇੱਕ ਵਾਰ ਫਿਰ ਤੋਂ ਆਈ ਹੈ। ਤਕਰੀਬਨ ਰੋਜ਼ ਹੀ ਜੋ ਹੈ ਹੁਣ ਸੁਣਨ ਨੂੰ ਮਿਲਦੀ ਹੈ, ਪਰ ਹੁਣ ਜੋ ਹੈ ਇੱਥੇ ਇੱਕ ਸਾਡੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇੱਕ ਸਿਰਫਰੇ ਵਿਅਕਤੀ ਵੱਲੋਂ ਸਿਗਰਟ ਪੀ ਕੇ ਧੂੰਆਂ ਜਿਹੜਾ ਹੈ ਉਹ ਗੁਰੂ ਸਾਹਿਬ ਵੱਲ ਮਾਰਿਆ ਗਿਆ ਤਾਂ ਰਾਗੀ ਸਿੰਘਾਂ ਦੀ ਵੀ ਜੋ ਹੈ ਇੱਥੇ ਬੇਅਦਬੀ ਕੀਤੀ ਗਈ ਹੈ। ਕੀ ਇਹਨਾਂ ਦੀ ਮਨਸ਼ਾ ਹੁੰਦੀ ਹੈ ਜਾਂ ਕੌਣ ਇਸ ਵਿੱਚ ਸ਼ਾਮਲ ਹੁੰਦਾ ਹੈ, ਅਜੇ ਤੱਕ ਕੋਈ ਵੀ ਸਾਫ਼ ਨਹੀਂ ਹੋ ਸਕਿਆ। ਅਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਕਾਫੀ ਬੇਅਦਬੀ ਦੇ ਮੁੱਦੇ ਅਸੀਂ ਬੜੇ ਚੁੱਕੇ ਨੇ ਔਰ ਇਸ ਕਰਕੇ ਖਾਸ ਹੋ ਜਾਂਦਾ ਕਿਉਂਕਿ ਸਾਡੇ ਤਖਤ ਦੇ ਉੱਪਰ ਜੋ ਹੈ ਇੱਕ ਕਹਿ ਸਕਦੇ ਹਾਂ ਹਮਲਾ ਕੀਤਾ ਗਿਆ। ਸੋ ਇਸ ਬਾਰੇ ਕੀ ਕਹੋਗੇ ਕਿ ਕਿਉਂ ਇਹ ਘਟਨਾਵਾਂ ਜੋ ਹੈ ਦਿਨ ਬ ਦਿਨ ਵੱਧ ਰਹੀਆਂ ਨੇ, ਖਾਸ ਕਰ 4-5 ਸਾਲ ਤੋਂ ਇਹ ਜ਼ਿਆਦਾ ਹੋ ਰਿਹਾ ਕੰਮ? ਗੱਲ ਇਹ ਹੈ ਕਿ ਇਹ ਬਹੁਤ ਵੱਡਾ ਗੁਨਾਹ ਪਾਪ ਜਿਹੜੇ ਲੋਕ ਕਰ ਰਹੇ ਆ ਉਹ ਤਾਂ ਕਰ ਹੀ ਰਹੇ ਨੇ, ਇਹਨਾਂ ਵਿੱਚ ਕਰਵਾ ਰਹੇ ਨੇ ਜਿਹੜੇ ਨੇ ਇਹਨਾਂ ਦੇ ਬ੍ਰੇਨ ਵਾਸ਼ ਕੀਤੇ ਹੋਏ ਨੇ। ਵੇਖੋ ਸਾਡਾ ਮਹਾਨ ਉਹ ਤਖਤ ਹੈ ਸਾਡਾ ਜੀ, ਇੱਥੇ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਜੀ। ਜਿੱਥੇ ਇਹ ਗੱਲ ਆਖੀ ਸੀ ਕਿ ਇਹ ਪੁਨ ਹਿੰਦੂ ਤੁਰਕਨ ਤੇ ਨਿਆਰਾ ਰਚੋਂ ਖਾਲਸਾ ਪੰਥ ਕਰਾਰਾ ਮਹਾ ਤੇਗ ਸੀ ਦੰਗੇ ਆਵਾਜ਼ ਲਰਨ ਮਰਨ ਤੇ ਕਰਨ ਇਲਾਜ ਜਿਨ ਕੀ ਜਾਤ ਔਰ ਕੁਲਮਾਹੀ ਸਰਦਾਰੀ ਨੇ ਭਈ ਕਦਾਹੀ ਤਿਨਹੀ ਕੋ ਸਰਦਾਰ ਬਣਾਓ ਤਵੇ ਗੋਬਿੰਦ ਸਿੰਘ ਨਾਮ ਕਹੋ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ। ਖਾਲਸਾ ਉੱਥੇ ਪ੍ਰਗਟ ਹੋਇਆ। ਕੋਈ ਕਿਤੋਂ ਆਇਆ, ਕੋਈ ਕਿਤੋਂ ਆਇਆ, ਕਿਤੋਂ ਚੱਲ ਕੇ ਆਇਆ ਜੀ। ਉਹਦੀ ਜਾਤ ਨੇ ਵੇਖੀ ਗਈ। ਉਹਨੂੰ ਖੰਡੇ ਬੱਟ ਦਾ ਅੰਮ੍ਰਿਤ ਛਕਾ ਕੇ 5 ਕਕਾਰਾਂ ਦੀ ਬਖਸ਼ਿਸ਼ ਕਰਕੇ ਤੇ ਉਹਨੂੰ ਬਰਾਬਰਤਾ ਦਾ ਜਿਹੜਾ ਦਰਜਾ ਜਿਹੜਾ ਦਿੱਤਾ ਗਿਆ, ਅਧਿਕਾਰ ਇੰਨੇ ਖਾਲਸੇ ਨੂੰ ਦਿੱਤੇ ਗਏ। ਉੱਥੇ ਉਹ ਸਾਡਾ ਮਹਾਨ ਤੇ ਗੁਰੂ ਸਾਹਿਬ ਨੇ ਇੰਨਾ ਪਿਆਰ ਕੀਤਾ। ਉਹ ਤਖਤ ਦਾ ਅਸੀਂ ਉਹਦੇ ਕਹਿੰਦੇ ਕੇਸਗੜ੍ਹ ਸਾਹਿਬ ਜੀ ਹੈ ਤੇ ਉੱਥੇ ਇੱਕ ਸਿਰ ਫਿਰਿਆ ਇੱਦਾਂ ਇਹ ਕੋਈ ਆਮ ਬੰਦੇ ਨਹੀਂ ਹੁੰਦੇ ਹਾਂਜੀ। ਇਹਨਾਂ ਨੂੰ ਬਕਾਇਦਾ ਅੜਾ ਸਾਧ ਬਦਮਾਸ਼ ਟਾਈਪ ਦਾ ਜਿਹੜਾ ਬੱਚੀਆਂ ਨਾਲ ਬਲਾਤਕਾਰ ਕਰਦਾ ਰਿਹਾ ਗੁੰਡਾ ਇਹਦਾ ਸਰਸੇ ਵਾਲਾ,
ਇਹਦੇ ਚੇਲੇ ਅੱਜ ਕੱਲ੍ਹ ਜ਼ਿਆਦਾਤਰ ਦਿੱਤੇ ਇਹੋ ਹੀ ਨੇ ਸਰਕਾਰਾਂ। ਆਪ ਤੇ ਉਹ ਹੁਣ ਮਰਿਆ, ਕਹਿੰਦੇ ਨੇ ਕਿ ਆਪ ਤੇ ਉਹ ਡੁੱਬਿਆ ਪਿਆ, ਉਹਨੂੰ ਇਹ ਕੁਦਰਤ ਦਾ ਇੱਕ ਨਿਯਮ ਹੈ। ਤੇ ਉਹ ਹੁਣ ਜਿਸ ਤਰ੍ਹਾਂ ਹਰਕਤਾਂ ਉਹਦੇ ਚੇਲੇ ਕਰ ਰਹੇ ਆ ਤੇ ਕਰਵਾਇਆ ਜਾ ਰਹੀ, ਇਹਦੇ ਵਿੱਚ ਏਜੰਸੀਆਂ ਦਾ ਵੀ ਹੁੰਦਾ ਵੀ ਇਹ ਸਿੱਖਾਂ ਦੇ ਉਸ ਦੁੱਖ ਦੀ ਰਗ ਦੇ ਉੱਤੇ ਹੱਥ ਰੱਖਿਆ ਜਾਵੇ, ਤੇ ਇਹ ਭੜਕਣਾ ਤੇ ਪੰਜਾਬ ਨੂੰ ਲਾਂਭੂ ਲਾਇਆ ਜਾਵੇ। ਇਹਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਵੀ ਹੱਥ ਹੁੰਦੇ ਨੇ। ਹਾਂਜੀ, ਕਿਉਂਕਿ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਇਹ ਲੋਕਾਂ ਨੂੰ ਬੇਚੈਨਾ ਨਹੀਂ ਰਹਿਣ ਦਿੰਦੀਆਂ। ਜਿਹੜੀਆਂ ਲੜਾਈਆਂ ਪਿੰਡਾਂ 'ਚ ਸ਼ਹਿਰਾਂ 'ਚ ਇਹ ਹਿੰਦੂ ਹੈ, ਸਿੱਖ ਹੈ, ਮੁਸਲਿਮ ਹੈ, ਈਸਾਈ ਹੈ, ਇਹ ਪਾੜੇ ਕਿਹਨਾਂ ਪਾਏ ਹੋਏ? ਰਾਜਨੀਤਿਕ ਲੋਕਾਂ ਨੇ ਪਾਏ ਹੋਏ ਆ ਜੀ। ਲੋਕ ਤਾਂ ਲੜ ਕੇ ਰਾਜੀ ਬਿਲਕੁਲ ਨਹੀਂ, ਲੋਕ ਤਾਂ ਆਪਣੇ ਭੈਣਾਂ ਭਰਾਵਾਂ ਵਗੈਰਾ ਕੇ ਰਾਜੀ ਹੈ। ਇਹੋ ਜਿਹੇ ਸ਼ਰਾਰਤੀ ਲੋਕ ਜਿਹੜੇ ਨੇ, ਜਿਹੜੀਆਂ ਲਗਾਤਾਰ ਹੁਣ ਤੱਕ ਕਿੰਨੀਆਂ ਹੋ ਗਈਆਂ, ਮੈਨੂੰ 250-300 ਦੇ ਲਾਗੇ ਘਟਨਾਵਾਂ ਹੋ ਚੁੱਕੀਆਂ, ਤੇ ਹੁਣ ਇਹ ਤਖਤਾਂ ਤੱਕ ਵੀ ਇਹਨਾਂ ਨੇ ਹੁਣ ਮੂੰਹ ਕਰ ਲਿਆ ਜੀ। ਇੱਕ ਸਿੰਘ ਦਾ, ਨਿਹੰਗ ਸਿੰਘ ਦਾ ਬਿਆਨ ਸੀ, ਉਹਦਾ ਗੱਲ ਇਹ ਵੀ ਗੱਲ ਉਹਦੀ ਹੈ, ਫਿਰ ਉਹ ਗੱਲ ਨਾ ਫਿਰ ਵੀ ਕਾਨੂੰਨ ਤੋਂ ਅਸੀਂ ਕਹਿੰਦੇ ਵੀ ਕਾਨੂੰਨੀ ਜਿਹੜਾ ਸਾਨੂੰ ਇਨਸਾਫ ਮਿਲੇ, ਇਨਸਾਫ ਅਜੇ ਤੱਕ ਮਿਲਿਆ ਨਹੀਂ। ਉਹਨੇ ਕਿਹਾ ਇਨਸਾਫ ਤੇ ਫਿਰ ਲੈਣਾ ਹੀ ਪੈਣਾ ਨਾ। ਹੁਣ ਇਹ ਵੀ ਕੇਸਗੜ੍ਹ ਸਾਹਿਬ ਤੱਕ ਵੀ ਪਹੁੰਚ ਗਏ ਨੇ, ਇਨਸਾਫ ਸਾਨੂੰ ਅਜੇ ਬਰਗਾੜੀ ਨਹੀਂ ਮਿਲਿਆ। ਹੋਰ ਕਿੰਨੇ ਕਾਂਡ ਹੋਏ ਨੇ, ਤੇ ਚੇਲੇ ਸਾਰੇ ਸਰਸੇ ਵਾਲੇ ਦੇ ਨੇ, ਇਹ ਕੁਛ ਕਰ ਰਹੇ, ਤੇ ਇਹਦੇ ਪਿੱਛੇ ਬਹੁਤ ਤਗੜੀ ਸਾਜ਼ਿਸ਼ ਹੈ। ਤੇ ਲੋੜ ਹੈ ਵੀ ਹੁਣ ਗੱਲ ਇਹ ਹੈ ਵੀ ਆਪਾਂ ਨੂੰ ਹੁਣ ਇਹ ਵੇਖਣਾ ਪਵੇਗਾ ਵੀ ਗੁਰਦੁਆਰਾ ਸਾਹਿਬ ਅਸੀਂ ਬੜੇ ਬਣਾਏ ਆ, ਵਿਦੇਸ਼ਾਂ 'ਚ ਵੀ ਬਥੇਰੇ ਬਣਾ ਲਏ ਨੇ, ਤੇ ਆਪਣੇ ਉੱਥੇ ਭਾਰਤ 'ਚ ਬਥੇਰੇ ਬਣਾ ਲਏ ਨੇ। ਹਾਂਜੀ, ਗੱਲ ਹੈ ਵੀ ਹੁਣ ਗੁਰਦੁਆਰੇ ਅਸੀਂ ਬਹੁਤੇ ਬਣਾਏ ਆ ਇਹ ਚੌਧਰਾਂ ਕਰਕੇ ਜੀ, ਜਾਤਾਂ ਪਾਤਾਂ ਦੇ ਨਾਂ ਤੇ ਗੁਰਦੇ ਵੰਡਤੇ। ਗੁਰੂ ਸਾਹਿਬ ਨੇ ਤੇ ਇੱਕ ਬਰਾਬਰ ਰੱਖਿਆ, ਅਖੰਡ ਵੰਡ ਦਾ ਸਿਖਾਇਆ ਸੀ, ਇੱਕ ਪੰਗਤ ਸੰਗਤ ਦਾ ਦਿੱਤਾ ਸਿਧਾਂਤ। ਅਸੀਂ ਉਦੋਂ ਤੋਂ ਕੋਹਾਂ ਦੂਰ ਚਲੇ ਗਏ। ਗੱਲ ਇਹ ਹੁਣ ਗੁਰਦੁਆਰੇ ਦੇ ਵਿੱਚ ਇਹ ਗੱਲ ਆ ਵੀ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਆਪਣੇ ਕਾਨੋਵਾਲ ਦੇ ਸ਼ੰਭ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਿਰ 'ਤੇ ਚੁੱਕੀ ਹੈ, ਤੇ ਸਿੱਖਾਂ ਨੇ ਇੱਕੋ ਅਰਦਾਸ ਕੀਤੀ ਸੀ, ਉਹ ਕਿਹਾ ਸੀ ਵੀ ਪੰਥ ਕੀ ਰਹੇਗੀ ਗ੍ਰੰਥ ਕੀ ਇਲਾਜ, ਗ੍ਰੰਥ ਕੀ ਰਹੇਗੀ ਇਲਾਜ, ਤੇ ਪੰਥ ਹੀ ਨਾ ਰਾਹ ਤੇਰਾ ਗ੍ਰੰਥ ਕੌਣ ਮੰਨੇਗਾ। ਹੁਣ ਗੱਲ ਇਹ ਆ ਵੀ ਜਿਹੜਾ ਖਾਲਸਾ ਪੰਥ ਹੈ, ਜਿਹੜੇ ਪਿੰਡ ਦੇ ਲੋਕ ਗੁਰਦੁਆਰਾ ਬਣਾਉਂਦੇ ਨੇ, ਜਾਂ ਤੇ ਇੱਕ ਪਿੰਡ 'ਚ 3-3 ਗੁਰਦੁਆਰੇ ਬਣਾਏ ਆ, ਹੁਣ ਇੱਥੇ ਕੇਸਗੜ੍ਹ ਸਾਹਿਬ ਤੱਕ ਵੀ ਪਹੁੰਚ ਗਏ ਨੇ। ਹੁਣ ਸਾਨੂੰ ਇੱਕ ਗੱਲ ਸੁਚੇਤ ਹੋਣਾ ਪੈਣਾ ਵੀ ਅਸੀਂ ਜੇ ਗੁਰਦੁਆਰਾ ਸਾਹਿਬ ਬਣਾਇਆ ਤੇ ਉੱਥੇ ਡਿਊਟੀ ਦੇਣ ਵਾਸਤੇ ਬੰਦੇ ਕਿਹੜੇ ਰੱਖਣੇ ਨੇ? ਗ੍ਰੰਥੀ ਸਿੰਘ ਰੱਖਣਾ ਲਾਜ਼ਮੀ ਹੈ, ਇੱਕ ਸੇਵਾਦਾਰ ਰੱਖਣਾ ਲਾਜ਼ਮੀ ਹੈ, ਕਿ ਜਾਂ ਆਪਣੀਆਂ ਚੌਧਰਾਂ ਚਮਕਾਉਣ ਵਾਸਤੇ? ਕਿਉਂਕਿ ਇਹ ਜਿੰਨੀਆਂ ਵੀ ਘਟਨਾਵਾਂ ਹੋਈਆਂ ਸਾਨੂੰ, ਕਿਉਂਕਿ ਅੱਜ ਦੇਖੋ ਇੱਕ ਸਮਾਂ ਸੀ ਆਪਾਂ ਛੋਟੇ ਛੋਟੇ ਹੁੰਦੇ ਸੀ, ਗੁਰਦੁਆਰਾ 'ਚ ਤਾਲੇ ਨਹੀਂ ਸੀ ਲੱਗਦੇ ਹੁੰਦੇ। ਮੈਂ ਕਹਿੰਦਾ ਵੀ ਬੰਦਾ ਤੇ ਛੱਡੋ, ਕਦੀ ਕੁੱਤਾ ਵੀ ਗੁਰਦੁਆਰੇ ਅੰਦਰ ਨਹੀਂ ਸੁਲਗਦਾ ਵੜਦਾ ਹੈ। ਇਹ ਤੁਸੀਂ ਵੇਖੋ ਵੀ ਹੁਣ ਪਤਾ ਹੈ ਸਾਨੂੰ ਵੀ ਇਹ ਜਿਹੜੇ ਹਾਲਾਤ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਜਿਹੜੀ ਹੋ ਰਹੀ ਹੈ, ਇਹ ਬੜੀ ਸਾਜ਼ਿਸ਼ ਅਧੀਨ ਹੋ ਰਹੀ ਹੈ। ਇਹਦੇ ਵਿੱਚ ਸਿੱਖ ਤਰਫਦੇ ਪਿਆ ਵੀ ਸਾਨੂੰ ਇਨਸਾਫ ਮਿਲੇ, ਇਨਸਾਫ ਸਾਨੂੰ ਮਿਲਦਾ ਨਹੀਂ ਪਿਆ। ਠੀਕ ਹੈ, ਇੱਥੇ ਉਹ ਨਾ ਸਾਨੂੰ ਕੋਈ ਮਿਲਣ ਦੀ ਆਸ ਹੈ। ਇਸ ਕਰਕੇ ਸਾਨੂੰ ਹੁਣ ਆਪ ਸੁਚੇਤ ਹੋਣ ਦੀ ਲੋੜ ਹੈ ਵੀ ਆਪਾਂ ਗੁਰਦੁਆਰੇ ਜਿਹੜੇ ਨੇ ਉਹ ਬਣਾ ਕੇ ਤੇ ਉਹਦੀ ਨਿਗਰਾਨੀ ਕਿੱਦਾਂ ਕਰਨੀ ਹੈ ਜੀ, ਕਿਉਂਕਿ ਇਹ ਖਾਲਸਾ ਪੰਥ ਦਾ ਫਰਜ਼ ਬਣਦਾ। ਤੇ ਇਹ ਪਿੰਡ ਦੇ ਜਿੰਨੇ ਵੀ ਹੈ ਨਾ ਅਕਾਲ ਤਖਤ ਦਾ ਜਥੇਦਾਰ, ਮੈਂ ਕਹਿੰਦਾ ਵੀ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਤੇ ਹੁਣ ਇੱਕ ਇਹ ਜ਼ਰੂਰ ਜਿਹੜਾ ਹੁਕਮਨਾਮਾ ਜਾਰੀ ਕਰੇ, ਇੱਕ ਤਾਂ ਡਿਟੇਲ ਮੰਗਵਾਏ ਵੀ ਗੁਰਦੁਆਰੇ ਹੈ ਕਿੰਨੇ ਨੇ, ਖਾਸ ਕਰਕੇ ਪੰਜਾਬ ਦੇ ਵਿੱਚ ਪਹਿਲਾਂ ਜੀ। ਠੀਕ ਹੈ, ਫਿਰ ਉਹਦੇ ਵਿੱਚ ਵੇਖੇ ਵੀ ਫਾਲਤੂ ਗੁਰਦੁਆਰੇ ਕਿਹੜੇ ਨੇ ਜੀ, ਉਹਨਾਂ ਨੂੰ ਇੱਕ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਫਿਰ ਜੇ ਉਹ ਨਹੀਂ ਹੁੰਦੇ ਤੇ ਫਿਰ ਉਹਨਾਂ 'ਚ ਵੇਖੇ ਵੀ ਜਿਹੜੇ ਚੌਧਰੀ ਜਿਹੜੇ ਆਪਣੇ ਜਿਹੜੇ ਗੁਲਕ ਨੂੰ ਚੰਬੜਨ ਵਾਸਤੇ ਨੇ, ਬਹੁਤ ਚੌਧਰੀ ਨੇ, ਵਿਦੇਸ਼ਾਂ 'ਚ ਤੁਹਾਨੂੰ ਬੜੇ ਚੌਧਰੀ ਮਿਲਣਗੇ, ਸਿਰਫ ਚੰਬੜੇ ਗੁਲਕ ਨੂੰ ਚੰਬੜੇ ਨੇ ਆ ਬਹੁਤ ਆ। ਤੁਸੀਂ ਜਦ ਦੇਖੋ ਆਪਣੇ ਯੂਰਪ ਦੇ ਵਿੱਚ ਵੀ ਅਦਾਲਤਾਂ ਨੂੰ, ਵਕੀਲਾਂ ਨੂੰ ਪੈਸਾ ਜਾ ਰਿਹਾ ਗੁਰਦੁਆਰੇ ਦਾ, ਸੰਗਤਾਂ ਦਾ ਪੈਸਾ, ਕਿਉਂ? ਚੌਧਰਾਂ ਦੀਆਂ ਆਪਣੀਆਂ ਨੇ, ਉਹਦੀ ਕੌਮ ਦਾ ਕੋਈ ਭਲਾ ਨਹੀਂ। ਤੇ ਪਿੰਡਾਂ ਦੇ ਵਿੱਚ ਵੀ ਮੈਂ ਵੇਖਿਆ, ਪਹਿਲਾਂ ਮੈਂ ਕਹਿੰਦਾ ਯਾਰ ਪਿੰਡਾਂ 'ਚ ਕਿੰਨੇ ਪੈਸੇ ਹੁੰਦੇ ਨੇ, ਮੈਂ ਵੇਖਿਆ 3-3 4-4 ਥਾਵਾਂ ਦੇ ਉੱਤੇ ਉਹ ਗੁਰਦੁਆਰਿਆਂ ਦੇ ਪੈਸੇ ਜਿਹੜੇ ਵੰਡੇ ਹੋਏ ਨੇ। ਗ੍ਰੰਥੀ ਸਿੰਘ ਨਾਲ ਕੋਈ ਰੱਖਣਾ ਨਹੀਂ, ਇੰਨੀਆਂ ਅਕਲ ਨਾਲ ਹੈ ਨਹੀਂ ਹੈ, ਨਾ ਕੋਈ ਸੇਵਾਦਾਰ ਰੱਖਣਾ, ਤੇ ਇਹਨਾਂ ਨੇ ਵੇਖਣਾ ਵੀ ਜਿਹੜਾ ਮਰਜ਼ੀ ਪਾਠ ਕਰ ਲਿਆ ਆ ਕੇ। ਉੱਥੇ ਜਿਹੜੀਆਂ ਬੇਅਦਬੀਆਂ ਜਿਹੜੇ ਕੇਸਗੜ੍ਹ ਸਾਹਿਬ ਤੱਕ ਪਹੁੰਚ ਗਏ ਨੇ, ਇਹ ਸਿਰ ਫਿਰੇ ਲੋਕ ਜਿਹੜੇ ਨੇ ਮੁੜ ਕੇ ਕਹਿੰਦੇ ਨੇ ਜੀ ਇਹਨੂੰ ਜੀ ਇਹ ਮੈਂਟਲ ਸੀ ਜੀ, ਤੇ ਇਹਦੀ ਦਿਮਾਗੀ ਪ੍ਰੋਬਲਮ ਸੀ, ਇਹਨਾਂ ਦਾ ਇਲਾਜ ਫਿਰ ਇੱਕੋ ਹੀ ਹੈ ਜਿਹੜਾ ਖਾਲਸੇ ਨੇ ਸ਼ਸਤਰ ਦਿੱਤਾ, ਪਰ ਅਸੀਂ ਸ਼ਸਤਰ ਦਿੱਤਾ, ਪਰ ਅਸੀਂ ਚਾਹੁੰਦੇ ਵੀ ਅਸੀਂ ਸਰਕਾਰ ਤੋਂ ਆਸ ਬੰਦਾ ਵੀ ਤੁਸੀਂ ਸਾਨੂੰ ਇਨਸਾਫ ਦਿਓ। ਇਹੋ ਜਿਹੇ ਬੰਦੇ ਜੇ ਇੱਕ ਦੇਖੋ ਸਜ਼ਾ ਇਹਨਾਂ ਨੂੰ ਮਿਲੀ ਹੋਵੇ, ਇਹਨਾਂ ਨੂੰ ਚੁਰਾਹੇ 'ਚ ਟੰਗੇ ਹੋਣ ਇਹੋ ਜਿਹੇ 5-7, ਤੇ ਮੇਰਾ ਖਿਆਲ ਹੈ ਵੀ ਆਪੇ ਰੋਕਥਾਮ ਹੋ ਜਾਂਦੀ ਹੈ। ਪਰ ਹੁਣ ਖਾਲਸਾ ਪੰਥ ਨੂੰ, ਸਿੱਖ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਵੀ ਜਿੱਥੇ ਆਪਾਂ ਗੁਰਦੁਆਰੇ ਬਣਾਏ ਜਾਂਦੇ ਹਾਂ, ਗੁਰੂ ਘਰ ਦਾ ਜੇ ਸਤਿਕਾਰ ਹੀ ਨਹੀਂ ਕਾਇਮ ਰਿਹਾ, ਹੁਣ ਤੁਸੀਂ ਵੇਖੋ ਵੀ ਉੱਥੇ ਜਿੱਥੇ ਕੀਰਤਨ ਹੁੰਦਾ ਲਗਾਤਾਰ, ਉੱਥੇ ਸਿੱਖ ਸੰਗਤਾਂ ਜਿਹੜੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੀਆਂ ਨੇ ਕੇਸਗੜ੍ਹ ਸਾਹਿਬ, ਉੱਥੇ ਜੇ ਇਹੋ ਜਿਹੀ ਹਰਕਤ ਹੋ ਗਈ ਹੈ, ਤੇ ਜਿਹੜੇ ਸਾਡੇ ਪਿੰਡਾਂ 'ਚ ਗੁਰਦੁਆਰੇ ਸਾਹਿਬ ਨੇ ਜਿਹਨਾਂ ਦੇ ਅੱਗੇ ਸਵੇਰੇ ਪਤਾ ਨਹੀਂ ਕੋਈ ਬਹੁਤੇ ਨਿਤਨੇਮ ਕਰਦੇ ਕਿ ਨਹੀਂ ਕਰਦੇ, ਤੇ ਮੇਰਾ ਖਿਆਲ ਹੈ ਵੀ ਸ਼ਾਮ ਨੂੰ ਰਹਿ ਰਸਮ
ਕਰ ਲੈਂਦੇ ਹੋਣਗੇ ਜਾਂ ਥੋੜਾ ਬਹੁਤਾ, ਤੇ ਉਹ ਜਿਹੜੇ ਸਾਰਾ ਦਿਨ ਦੇ ਖੁੱਲੇ ਰੱਖਦੇ ਨਾ, ਉੱਥੇ ਨਿਗਰਾਨੀ ਕਿਹਨੇ ਕਰਨੀ ਹੈ? ਕਿਉਂਕਿ ਦੁਸ਼ਟ ਲੋਕ ਜਿਹੜੇ ਨੇ, ਇਹ ਲੋਕ ਜਿਹੜੇ ਨੇ, ਇਹਨਾਂ ਦਾ ਬ੍ਰੇਨ ਵਾਸ਼ ਕਰਤਾ ਗਿਆ, ਇਹਨਾਂ ਨੂੰ ਦੱਸ ਦਿੱਤਾ ਗਿਆ ਹੈ। ਇਸ ਕਰਕੇ ਇਹ ਲੋਕ ਜਿਹੜੇ, ਕਿਉਂਕਿ ਗਿਰੇ ਹੋਏ ਲੋਕ ਜਦੋਂ ਇਨਸਾਨੀਅਤ ਮਰ ਜਾਂਦੀ, ਗਿਰੇ ਹੋਏ ਲੋਕ ਸਰਕਾਰਾਂ ਦੇ ਵਿੱਚ ਬੜੇ ਇਨਸਾਨੀਅਤ ਮਰੇ ਹੋਏ ਲੋਕ ਜਿਹੜੇ ਪੋਲੀਟਿਕਸ ਦੇ ਵਿੱਚ ਆ ਗਏ ਨੇ, ਤੇ ਇਸ ਕਰਕੇ ਏਜੰਸੀਆਂ ਦੇ ਵਿੱਚ ਬੜੇ ਮਾੜੇ ਲੋਕ ਕੰਮ ਕਰ ਰਹੇ ਨੇ, ਜਿਹੜੇ ਲਾਂਬੋ ਲਾਉਣ ਦੀ, ਤੇ ਪੰਜਾਬ ਦੀ ਧਰਤੀ ਵਸਦਾ ਗੁਰਾਂ ਦੇ ਨਾਮ ਦੇ ਚਾਹੁੰਦੇ ਨੇ ਵੀ ਇੱਥੇ ਕੋਈ ਸ਼ਾਂਤੀ ਰਵੇ। ਇਸ ਕਰਕੇ ਇਹ ਹਰਕਤਾਂ ਤਾਂ ਹੋ ਰਹੀਆਂ ਨੇ ਵੀ ਇਹ ਕੌਮ ਭੜਕੇ, ਜਦੋਂ ਭੜਕੇਗੀ ਤੇ ਸੜਕਾਂ ਤੇ ਆਵੇਗੀ ਤੇ ਗੋਲੀ ਮਾਰ ਕੇ ਇਹਨਾਂ ਨੂੰ ਨਿਸ਼ਾਨਾ ਬਣਾਵਾਂਗੇ। ਇਸ ਕਰਕੇ ਤਾਂ ਕਰਕੇ ਜਦੋਂ ਕੋਈ ਸਿੱਖ ਜਿਹੜਾ ਮੱਕੇ ਤੋਂ ਪਰੇ ਜਿੱਦਾਂ ਕਹਿੰਦੇ ਨਾ ਉਜਾੜ ਹੈ, ਤੇ ਸਿੱਖ ਦੇ ਜਦੋਂ ਗੁਰੂ ਦਾ ਹੀ ਸਾਡੀ ਦੀ ਬੇਅਦਬੀ ਹੋਵੇਗੀ ਤੇ ਫਿਰ ਸਿੱਖ ਜਿਹੜਾ ਉਹ ਬਰਦਾਸ਼ਤ ਕਿੱਦਾਂ ਕਰੇਗਾ? ਇਸ ਕਰਕੇ ਸਰਕਾਰਾਂ ਨੂੰ ਇਹ ਸੀਰੀਅਸ ਲੈਣਾ ਚਾਹੀਦਾ ਕਿ ਇਹੋ ਜਿਹੀ ਲਾਮਸਾਲ ਸਜ਼ਾ ਜਿਹੜੀ ਹੈ ਇਹਨਾਂ ਲੋਕਾਂ ਨੂੰ ਦਿੱਤੀ ਜਾਵੇ। ਤੇ ਮੇਰਾ ਖਿਆਲ ਹੈ ਵੀ ਸਾਨੂੰ ਕਾਨੂੰਨ ਹੱਥ 'ਚ ਲੈਣ ਦੀ ਲੋੜ ਹੀ ਨਾ ਪਵੇ। ਤੇ ਇਹ ਬਹੁਤ ਮੰਦਭਾਗੀ ਘਟਨਾ ਤੇ ਅਤ ਨਿੰਦਣਯੋਗ ਹੈ, ਜਿਹੜੀਆਂ ਨਿੱਤ ਵਾਪਰੀਆਂ, ਜੇ ਕੇਸਗੜ੍ਹ ਸਾਹਿਬ ਵਾਪਰੀ ਹੈ, ਇਹ ਵੀ ਅਤ ਨਿੰਦਣਯੋਗ ਹੈ। ਇਸ ਕੌਮ ਨੂੰ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਸਾਡੀਆਂ ਸਿੱਖ ਸੰਗਤਾਂ ਜਿਹੜੀਆਂ ਜਿੱਥੇ ਆਪ ਸੁਚੇਤ ਹੋਵੋ, ਕਿਉਂਕਿ ਇਹ ਦੁਸ਼ਟ ਲੋਕ ਨੇ, ਹਰੇਕ ਪਿੰਡ ਦੇ ਵਿੱਚ ਤੁਹਾਨੂੰ ਇਹ ਮਿਲ ਜਾਣਗੇ, ਇਹਨਾਂ ਦੇ ਬ੍ਰੇਨ ਵਾਸ਼ ਹੋ ਚੁੱਕੇ ਨੇ, ਇਹਨਾਂ ਨੂੰ ਕੋਈ ਡਰ ਨਹੀਂ, ਕੋਈ ਇਹਨਾਂ ਦੇ ਅੰਦਰ ਅਦਬ ਨਹੀਂ, ਸਤਿਕਾਰ ਨਹੀਂ, ਇਹਨਾਂ ਦੇ ਅੰਦਰ ਇੱਕੋ ਚੀਜ਼ ਭਰੀ ਹੋਈ ਹੈ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨੀ ਹੈ ਬਸ। ਇਸ ਕਰਕੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ, ਤੇ ਗੁਰੂ ਸਾਹਿਬ ਨੇ ਹਮੇਸ਼ਾ ਸਾਨੂੰ ਜਾਗਦੇ ਰਹਿਣ ਵਾਸਤੇ ਕਿਹਾ। ਅਸੀਂ ਗੁਰਦੁਆਰਿਆਂ ਦੀ ਗਿਣਤੀ ਨਾ ਵਧਾਈਏ, ਇਸ ਕਰਕੇ ਗੁਰਦੁਆਰਿਆਂ ਦਾ ਸਤਿਕਾਰ ਜਿਹੜਾ ਗੁਰੂ ਘਰ ਦਾ ਉਹ ਕਿਉਂ ਰਹਿਣਾ ਚਾਹੀਦਾ, ਇਹ ਸਾਨੂੰ ਤਗੜੇ ਹੋਣਾ ਪੈਣਾ। ਅਸੀਂ ਇੱਕ ਪਿੰਡ ਹੈ, ਤੇ ਇੱਕ ਪਿੰਡ ਇੱਕ ਵਧੀਆ ਗ੍ਰੰਥੀ ਜਿਹੜਾ ਨਾ, ਉਹਨੂੰ ਵਧੀਆ ਤਨਖਾਹ ਦੇ ਕੇ ਉਹਦੀ ਵਧੀਆ ਰਿਹਾਇਸ਼ ਬਣਾ ਕੇ ਰੱਖ ਸਕਦਾ। ਕਿਹੜੀ ਗੱਲ ਹੈ? ਜੇ ਸਾਨੂੰ ਗੁਰੂ ਪ੍ਰਤੀ ਸਤਿਕਾਰ ਹੈ, ਆਪਣਾ 14 ਵਾਸਤੇ ਆਪਾਂ ਗੁਰਦੁਆਰੇ ਵੰਡ ਦਿੱਤੇ, ਇੱਕ ਵਧੀਆ ਆਪਾਂ ਸੇਵਾਦਾਰ ਰੱਖ ਸਕਦੇ ਹਾਂ। ਇਸ ਕਰਕੇ ਸਾਨੂੰ ਲੋੜ ਹੈ ਚੰਗੇ ਵਿਦਵਾਨ ਅਸੀਂ ਰੱਖੀਏ, ਉਹਨਾਂ ਨੂੰ ਵਧੀਆ ਤਨਖਾਹ ਦੇਈਏ, ਉਹਨਾਂ ਦੇ ਬੱਚਿਆਂ ਦੀ ਪਰਵਰਿਸ਼, ਉਹਨਾਂ ਦਾ ਸਾਰਾ ਕੁਝ ਜਿਹੜਾ ਆਪਾਂ ਪੜ੍ਹਾਈ ਦਾ ਜ਼ਿੰਮੇਵਾਰੀ ਸਿਰ 'ਤੇ ਲਈਏ। ਇੱਕ ਪਿੰਡ ਜਿਹੜਾ ਆ ਇਹ ਕੰਮ ਨਹੀਂ ਕਰ ਸਕਦਾ, ਇਹ 3-3 ਗੁਰਦੁਆਰੇ ਬਣਾ ਸਕਦੇ ਹਾਂ। ਤੇ ਕੋਸ਼ਿਸ਼ ਕਰੀਏ ਕਿ ਸਾਡੇ ਗੁਰਦੁਆਰਾ ਸਾਹਿਬ ਜਿਹੜੇ ਨਾ ਉਹ ਪਿੰਡ 'ਚ ਇੱਕ ਹੀ ਹੋਵੇ। ਅੱਗੇ ਬਖੇੜੇ ਜਾਤਾਂ ਪਾਤਾਂ ਦੇ ਜਿਹੜੇ ਨਾ ਸਰਕਾਰ ਨੇ ਬੜੇ ਪਾਏ, ਅਸੀਂ ਖੁਦ ਨਾ ਪਾਈਏ। ਤੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਦੁਨੀਆ ਹੁਸ਼ਿਆਰ ਬੇਦਾਰ, ਜਾਗਤ ਮੁਸੀਬਤ ਹੋ ਰਹੀ ਪਾਈ, ਇਹ ਤਾਂ ਜਾਗਦਿਆਂ ਠੱਗੇ ਜਾਂਦੇ ਨੇ। ਇਸ ਕਰਕੇ ਜਿਹੜੀਆਂ ਬਾਰ-ਬਾਰ ਬੇਅਦਬੀਆਂ ਹੋ ਰਹੀਆਂ ਨੇ, ਉਹਦੇ ਵਿੱਚ ਜਿਹੜਾ ਆ ਜੀ ਇਹ ਤਖਤ ਸਾਹਿਬ ਤੱਕ ਪਹੁੰਚ ਗਏ ਨੇ। ਇਹ ਦੁਸ਼ਟ ਜਿਹੜੇ ਨੇ, ਇਹ ਜਿਹੜੇ ਨੇ, ਮਤਲਬ ਕਿ ਇਹਨਾਂ ਦਾ ਇੱਕ ਖਾਸ ਨਿਸ਼ਾਨਾ ਹੈ। ਇਹ ਸਿੱਖ ਕੌਮ ਨੂੰ ਇਹਨਾਂ ਨੇ ਇੱਕ ਟਾਰਗੇਟ ਜਿਹੜਾ ਇਹਨਾਂ ਨੇ ਸਾਡੇ ਗੁਰੂ ਤੱਕ ਕਰ ਲਿਆ। ਸਾਨੂੰ ਹੁਣ ਥੋੜ੍ਹਾ ਹੁਸ਼ਿਆਰ ਰਹਿਣ ਦੀ ਲੋੜ, ਤਕੜੇ ਹੋਣ ਦੀ ਲੋੜ ਹੈ। ਅਤੇ ਇਸ ਕਰਕੇ ਇਹ ਅਸੀਂ ਹੁਣ ਖਿਆਲ ਰੱਖੀਏ ਅਸੀਂ ਇਹਨਾਂ ਤੋਂ ਕਿੱਦਾਂ ਬਚਾਅ ਕਰਨਾ। ਬਿਲਕੁਲ। ਔਰ ਗੁਰਦੁਆਰਾ ਸਾਹਿਬਾਨਾਂ ਦੀ ਸੁਰੱਖਿਆ ਦਾ ਮਸਲਾ ਵੀ ਬਣ ਜਾਂਦਾ ਹੈ ਜਦੋਂ ਅਜਿਹੇ ਮਾਮਲੇ ਜਿਹੜੇ ਨੇ ਉਹ ਉੱਭਰ ਕੇ ਆਉਂਦੇ ਨੇ। ਸੋ ਸੁਰੱਖਿਆ ਪੱਖੋਂ ਵੀ ਸਾਨੂੰ ਸੋਚਣ ਦੀ ਲੋੜ ਹੈ, ਔਰ ਕਾਫੀ ਜੋ ਹੈ ਤਗੜੀ ਇਸ ਬਾਬਤ ਜੋ ਹੈ ਸਾਨੂੰ ਕਾਰਵਾਈ ਕਰਨ ਦੀ ਲੋੜ ਹੈ। ਖਾਸ ਕਰ ਸਾਡੀ ਸਿੱਖਾਂ ਦੀ ਸਿਰਮੌਰ ਸੰਸਥਾ SGPC ਨੂੰ ਇਸ ਬਾਰੇ ਸੋਚਣ ਦੀ ਲੋੜ ਹੈ। ਸੋ ਫੜੇ ਗਏ ਵਿਅਕਤੀ ਦੇ ਡੇਰੇ ਸਿਰਸੇ ਨਾਲ ਸੰਬੰਧ ਤਾਂ ਉਜਾਗਰ ਹੋ ਹੀ ਗਏ ਨੇ। ਹੁਣ ਤੱਕ ਜੇ ਗਿਣਤੀ ਅਸੀਂ ਕਰੀਏ ਤਾਂ ਤਕਰੀਬਨ 250 ਤੋਂ ਵੱਧ ਬੇਅਦਬੀ ਦੇ ਮਾਮਲੇ ਜੋ ਹੈ ਸਾਹਮਣੇ ਆ ਚੁੱਕੇ ਨੇ ਪਿਛਲੇ 3-4 ਸਾਲਾਂ ਦੇ ਵਿੱਚ, ਜੇ ਅਸੀਂ ਗੱਲ ਕਰੀਏ। ਪਰ ਸਾਨੂੰ ਕਾਮਯਾਬੀ ਜਿਹੜੀ ਹੈ ਕੋਈ ਹਾਸਲ ਨਹੀਂ ਹੋ ਰਹੀ। ਇਸ ਦੇ ਪਿੱਛੇ ਮਨਸ਼ਾ ਕੀ ਹੈ? ਹਾਂ, ਕੁਝ ਇੱਕ ਮਸਲਿਆਂ ਦੇ ਵਿੱਚ ਡੇਰੇ ਦਾ ਨਾਮ ਜ਼ਰੂਰ ਆ ਰਿਹਾ ਹੈ, ਖਾਸ ਕਰ ਇਸ ਮਸਲੇ ਦੇ ਵਿੱਚ ਵੀ ਆਇਆ ਹੈ। ਸੋ ਅਜਿਹੇ ਵਿੱਚ ਜੋ ਹੈ ਦੋਸ਼ੀ ਜ਼ਮਾਨਤ ਦੇ ਬਾਹਰ ਆਣ ਕੇ ਜੋ ਹੈ ਸਾਡਾ ਮੂੰਹ ਹਰ ਵਾਰ ਚੜਾ ਦਿੰਦੇ ਨੇ। ਅਜਿਹੇ ਵਿੱਚ ਜੇਕਰ ਭਾਰਤ ਦਾ ਕਾਨੂੰਨ ਸਜ਼ਾ ਦੇਣ ਸਮਰੱਥ ਨਹੀਂ ਤਾਂ ਸਿੱਖ ਪੰਥ ਨੂੰ ਖੁਦ ਹੀ ਜੋ ਹੈ ਅਜਿਹੀਆਂ ਦੋਸ਼ੀਆਂ ਦਾ ਸੋਧਾ ਲਾਉਣ ਦੀ ਜੋ ਹੈ ਜ਼ਿੰਮੇਵਾਰੀ ਲੈਣੀ ਪਵੇਗੀ, ਤਾਂ ਜੋ ਅੱਗੇ ਤੋਂ ਕੋਈ ਵੀ ਦੁਸ਼ਟ ਅਜਿਹੀ ਹਰਕਤ ਜੋ ਹੈ ਕਰਨ ਦੀ ਜ਼ਰੂਰਤ ਨਾ ਪਵੇ। ਇੱਕ ਮੈਂ ਛੋਟੀ ਜਿਹੀ ਗੱਲ ਇੱਥੇ ਵੀ ਦੱਸ ਦੇਣਾ ਚਾਹੁੰਦਾ ਕਿ ਬੀਬੀ ਜਗੀਰ ਕੌਰ ਦਾ ਇੱਕ ਬੜਾ ਹੀ ਇੱਕ ਬਿਆਨ ਆਇਆ, ਇੱਕ ਕਾਫੀ ਜੋ ਚੰਗਾ ਨਹੀਂ ਕਹਿ ਸਕਦੇ, ਕਹਿ ਰਹੇ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਮੱਥਾ ਟੇਕਣ ਤੋਂ। ਸਾਨੂੰ ਹਰ ਕਿਸੇ ਦੀ ਮਨਸ਼ਾ ਉੱਥੇ ਕੀ ਹੈ, ਮੱਥਾ ਟੇਕਣ ਦੀ ਹੈ, ਬੇਅਦਬੀ ਦੀ ਹੈ, ਉਹ ਸਾਨੂੰ ਨਹੀਂ ਪਤਾ। ਸੋ ਇਸ ਕਰਕੇ ਵੀ ਅਸੀਂ ਕਾਫੀ ਇਹਨਾਂ ਮਾਮਲਿਆਂ ਦੇ ਵਿੱਚ ਪਿੱਛੇ ਰਹਿ ਜਾਂਦੇ ਹਾਂ, ਇਹਨਾਂ ਨੂੰ ਸੁਲਝਾਉਣ ਦੇ ਵਿੱਚ। ਅਜਿਹੇ ਬਿਆਨ ਦੇਣ ਦੀ ਵੈਸੇ ਲੋੜ ਨਹੀਂ ਬੀਬੀ ਜੀ ਨੂੰ, ਇਹ ਬੜੀ ਵੱਡੀ ਸੰਸਥਾ ਆ, ਹਰ ਇੱਕ ਮਸਲੇ ਦਾ ਹੱਲ ਹੁੰਦਾ ਆ। ਤੁਹਾਡੇ ਕੋਲ ਟੌਪ ਦੀ ਇੱਕ ਸਿਕਿਉਰਿਟੀ ਆ, ਫੋਰਸਿਸ ਨੇ ਤੁਹਾਡੇ ਕੋਲ, ਉਹਨਾਂ ਨੂੰ ਜੋ ਹੈ ਲਾਉਣ ਦੀ ਲੋੜ ਹੈ। ਸੋ ਇਸ ਮਸਲੇ ਦਾ ਹੱਲ ਕੱਢ ਕੇ ਜੋ ਹੈ ਗੁਰੂ ਸਾਹਿਬਾਨ ਦਾ ਸਤਿਕਾਰ ਜੋ ਹੈ ਉਹ ਬਹਾਲ ਰੱਖਿਆ ਜਾ ਸਕੇ। ਸੋ ਅਗਲੇ ਮਸਲੇ 'ਤੇ ਆਉਂਦੇ ਆ ਕਿ ਇੱਕ ਕਿਸਾਨੀ ਮੋਰਚੇ ਦੇ ਵਿੱਚੋਂ ਹੀ ਉੱਭਰ ਕੇ ਜਿਹੜੀ ਸ਼ਖਸੀਅਤ ਸਾਹਮਣੇ ਆਈ ਆ, ਦੀਪ ਸਿੱਧੂ, ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ ਕਿਸਾਨੀ ਮੋਰਚੇ ਦੇ ਵਿੱਚ ਜਾਨਾਂ ਗਵਾਉਣ ਵਾਲੇ ਕਿਸਾਨ ਨੇ, ਉਹ ਸ਼ਹੀਦ ਉਹਨਾਂ ਨੂੰ ਨਹੀਂ ਅਸੀਂ ਕਹਿ ਸਕਦੇ, ਕਿਉਂਕਿ ਸ਼ਹੀਦ ਬੜਾ ਇੱਕ ਪਵਿੱਤਰ ਸ਼ਬਦ ਹੈ ਜੋ ਕਿ ਹਰ ਇੱਕ ਦੇ ਨਾਲ ਜੋ ਹੈ ਨਹੀਂ ਜੁੜ ਸਕਦਾ। ਇਸ ਬਿਆਨ ਦੇ ਨਾਲ ਇੱਕ ਵਾਰ ਫਿਰ ਜੋ ਹੈ ਚਰਚਾ ਦੇ ਵਿੱਚ ਉਹ ਆਏ ਨੇ। ਸੋ ਫਿਰ ਤੋਂ ਜੋ ਹੈ ਲੋਕ ਅਸੀਂ ਦੇਖ ਰਹੇ ਹਾਂ ਕਿ ਦੋ ਧੜਿਆਂ ਦੇ ਵਿੱਚ ਜੋ ਹੈ ਹੁਣ ਵੰਡੇ ਗਏ ਨੇ।
ਇਹ ਵੈਸੇ ਸਮਾਂ ਇਹ ਅਜਿਹੇ ਵਿਚਾਰਾਂ ਦੇ ਵਿੱਚ ਪੈਣ ਦਾ ਨਹੀਂ ਸੀ, ਕਿਉਂਕਿ ਅਸੀਂ ਜੋ ਉੱਥੇ ਇਕੱਠੇ ਹੋਏ ਹਾਂ ਦਿੱਲੀ ਦੇ ਵਿੱਚ, ਅਸੀਂ ਇੱਕ ਮੋਟਿਵ ਦੇ ਲਈ ਇਕੱਠੇ ਹੋਏ ਹਾਂ ਕਿਸਾਨੀ ਮਸਲਿਆਂ ਦੇ ਬਾਬਤ, ਜੋ 3 ਕਾਲੇ ਕਾਨੂੰਨ ਉਹ ਰੱਦ ਕਰਾਉਣ ਲਈ। ਅਜਿਹੇ ਮਸਲੇ ਜੋ ਹੈ, ਅਜਿਹੇ ਮੁੱਦੇ ਚੁੱਕਣ ਦਾ ਇਹ ਸਮਾਂ ਨਹੀਂ ਸੀ, ਪਰ ਫਿਰ ਵੀ ਕੀ ਕਹੋਗੇ ਵੀ ਜੋ ਉਹਨਾਂ ਨੇ ਬਿਆਨ ਦਿੱਤਾ? ਦੇਖੋ, ਦੀਪ ਸਿੱਧੂ ਵਕੀਲ ਵੀ ਆ ਤੇ ਸਿਆਣਾ ਵੀ ਹੈ ਤੇ ਸਮਝਦਾਰ ਵੀ ਆ। ਤੇ ਮੇਰਾ ਖਿਆਲ ਹੈ ਵੀ ਦੇਖੋ, ਆਪਾਂ ਸ਼ਹੀਦ ਦੇ ਜੇ ਲਫ਼ਜ਼ ਦੀ ਵਿਆਖਿਆ ਕਰੀਏ ਨਾ, ਹਾਂਜੀ, ਇਹ ਬੜਾ ਪਵਿੱਤਰ ਹੈ, ਅਰਬੀ ਭਾਸ਼ਾ ਤੋਂ ਆਇਆ। ਤੇ ਇਹ ਯਾਦ ਰੱਖਣਾ ਵੀ ਇਹ ਜਿਹੜੀ ਸ਼ਹਾਦਤਾਂ ਦੀ ਗੱਲ ਕਰੀਏ, ਹੁਣ ਗੱਲ ਵੀ ਇਸ ਟਾਈਮ ਦੇ ਉੱਤੇ ਮੈਂ ਇਹਦੇ ਵਿੱਚ ਬਹੁਤਾ ਲੰਬਾ ਨਹੀਂ ਜਾਣਾ, ਕਿਉਂਕਿ ਸਰਕਾਰ ਜਿਹੜੀ ਹੈ ਭਾਰਤ ਦੀ ਸਰਕਾਰ, ਉਹ ਆਪਣੇ ਅੰਨਦਾਤਾ ਕਿਸਾਨਾਂ ਦੇ ਦੁਸ਼ਮਣ ਬਣ ਗਈ। ਉਹ ਆਪਣੀਆਂ ਪੀੜ੍ਹੀਆਂ ਦੀ ਲੜਾਈ ਜਿਹੜੇ ਸਾਡੇ ਬਜ਼ੁਰਗ ਨੇ ਉਹ ਲੜ ਰਹੇ ਨੇ ਜੀ, ਕਿਉਂਕਿ ਉਹ ਲੜ ਰਹੇ ਨੇ ਤੇ ਉੱਥੇ ਉਹਨਾਂ ਦੇ ਸਰਕਾਰ ਦੇ ਜ਼ੁਲਮ ਦਾ ਸ਼ਿਕਾਰ ਹੋ ਰਹੇ ਨੇ ਜੀ। ਸਰਕਾਰ ਜਿਹੜਾ ਜ਼ੁਲਮ ਕਰ ਰਹੀ ਹੈ, ਕੁਝ ਗਰਮੀ 'ਚ, ਕੁਝ ਸਰਦੀ ਦੇ ਵਿੱਚ, ਜਿਹੜੇ ਉਹਨਾਂ ਦੀ ਕੋਈ ਐਕਸੀਡੈਂਟ ਦੇ ਵਿੱਚ, ਉਹ ਸੰਘਰਸ਼ ਦੇ ਵਿੱਚ ਉਹ ਸ਼ਹੀਦ ਹੋਏ ਆ ਜੀ। ਮੇਰਾ ਖਿਆਲ ਕਿ ਦੀਪ ਸਿੱਧੂ ਨੂੰ ਇਹੋ ਜਿਹਾ ਇੱਥੇ ਅਜੇ ਸਮਝਦਾਰ ਆ ਉਹ ਨੌਜਵਾਨ, ਉਹਨੂੰ ਕੋਈ ਲੋੜ ਨਹੀਂ ਇਹੋ ਜਿਹਾ ਬਿਆਨ ਦੇਣ ਦੀ, ਕੋਈ ਲੋੜ ਨਹੀਂ ਜੀ, ਕਿਉਂਕਿ ਉਹ ਇੱਕ ਮਕਸਦ ਜਿਹੜਾ ਉਹਨਾਂ ਦਾ ਠੀਕ ਹੈ। ਉਹਨਾਂ ਨੇ ਸ਼ਹੀਦ ਦੀ ਵਿਆਖਿਆ ਨੂੰ ਵੀ ਖੋਲ੍ਹਿਆ, ਉਹਨੂੰ ਖੋਲ੍ਹਿਆ ਜਾਵੇ ਤਾਂ ਹੋਰ ਬਹੁਤ ਕੁਝ ਖੁੱਲ੍ਹ ਜਾਏਗਾ। ਜੇ ਆਪਾਂ ਜੇ ਖੋਲ੍ਹਣ ਦੀ ਗੱਲ ਕਰੀਏ ਤਾਂ ਮੇਰਾ ਖਿਆਲ ਆਪਾਂ 2-3 ਐਪੀਸੋਡ ਕਰ ਸਕਦੇ ਹਾਂ ਇਹਦੇ ਉੱਤੇ। ਹਾਂਜੀ, ਹੈ ਗੱਲ ਵੀ ਇਸ ਟਾਈਮ ਦੇ ਉੱਤੇ ਇਹ ਗੱਲ ਕਰਨੀ ਮੇਰਾ ਖਿਆਲ ਉਹਨੂੰ ਵਾਜਬ ਨਹੀਂ ਉਹਦੇ ਵਾਸਤੇ, ਕਿਉਂਕਿ ਇਸ ਵੇਲੇ ਜਿਹੜੇ ਕਿਸਾਨ ਹੈ ਉਹ ਆਪਣੀਆਂ ਪੀੜ੍ਹੀਆਂ ਵਾਸਤੇ ਲੜਦੇ ਪਏ ਨੇ। ਉਹਨਾਂ ਨੇ ਸ਼ਹਾਦਤ ਦਿੱਤੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਇਹ ਜਿਹੜੀ ਜ਼ਮੀਨ ਜਾਇਦਾਦ ਜਿਨ੍ਹਾਂ ਨੂੰ ਸਾਨੂੰ ਹੱਕ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਜਿਹੜਾ 6.5 ਸਾਲ ਦੇ ਕਰੀਬ ਰਿਹਾ ਸੀ, ਉਹਦੇ ਵਿੱਚ ਇਹਨੂੰ ਸਾਨੂੰ ਹੱਕ ਲਿਆ ਕੇ ਦਿੱਤੇ ਸੀ ਉਹਨਾਂ ਨੇ। ਉਹ ਹੱਕ ਬਰਕਰਾਰ ਰੱਖਣ ਵਾਸਤੇ ਅੱਜ ਜਿਹੜੀ ਮੋਦੀ ਸਰਕਾਰ ਆ ਫਿਰਕਾ ਪ੍ਰਸਤ ਹੈ, ਉਹ ਇੱਕ ਜਨੂਨੀ ਸਰਕਾਰ ਹੈ, ਉਹ ਕੁਚਲ ਦੇਣਾ ਚਾਹੁੰਦੀ ਹੈ, ਉਹਨੂੰ ਹਰਿਆਲੀ ਚੰਗੀ ਨਹੀਂ ਲੱਗਦੀ। ਬਾਕੀ ਇੱਕ ਗੱਲ ਜ਼ਰੂਰ ਵੇਖਣੀ ਚਾਹੀਦੀ ਹੈ ਵੀ ਜਿੱਥੇ ਸ਼ਹਾਦਤਾਂ ਹੋਈਆਂ ਨੇ ਪੰਜਾਬ ਦੀ ਧਰਤੀ 'ਤੇ, ਗੁਰੂ ਸਾਹਿਬਾਂ ਦੀਆਂ ਸ਼ਹਾਦਤਾਂ ਹੋਈਆਂ ਨੇ, ਜਿੱਥੇ ਸਿਧਾਂਤ ਸਾਨੂੰ ਗੁਰੂ ਸਾਹਿਬਾਂ ਨੇ ਦਿੱਤਾ, ਜੋ ਤੋਂ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਰੀ ਗਲੀ ਮੇਰੀ ਆਓ, ਮੋਹ ਮਰਨੇ ਕਾ ਚਾਓ ਹੈ। ਇਹ ਸਿਰ ਤੇ ਕੱਫਣ ਬੰਨ੍ਹ ਕੇ ਕਿਸਾਨ ਜਿਹੜੇ ਨੇ, ਕੋਈ ਸੌਖਾ ਨਹੀਂ ਕਿ ਪੰਜਾਬ ਦੀ ਧਰਤੀ ਤੋਂ ਦਿੱਲੀ ਤੱਕ ਪਹੁੰਚ ਗਏ ਨੇ। ਔਰ ਜਾਗਰਤੀ ਜਿਹੜੀ ਹੈ ਉਹ ਪੰਜਾਬ ਦੇ ਕਿਸਾਨ ਨੇ ਇਨਕਲਾਬ ਦੀ ਜਿਹੜੀ ਭੂਮਿਕਾ ਉਹ ਨਿਭਾਈ ਹੈ। ਜੇ ਪੂਰੇ ਭਾਰਤ ਦੇ ਵਿੱਚ ਇਹ ਕੁਝ ਫੈਲਿਆ ਤੇ ਇਹ ਪੰਜਾਬ ਜਿਹੜੀ ਗੁਰੂ ਸਾਹਿਬਾਂ ਦੀਆਂ ਸ਼ਹਾਦਤਾਂ ਨੇ ਉਹਨਾਂ ਦੀ ਬਦੌਲਤ ਫੈਲਿਆ। ਇਨਕਲਾਬ ਗੁਰੂ ਸਾਹਿਬਾਂ ਦਾ ਪੈਦਾ ਕੀਤਾ ਹੋਇਆ ਜੀ। ਇਸ ਕਰਕੇ ਇਹ ਜਿਹੜੇ ਕਿਸਾਨ ਸਾਡੇ ਭਰਾ ਨੇ, ਇਹ ਜਿਹੜੀ ਇਹਨਾਂ ਨੂੰ ਜਿਹੜੀ ਤਾਕਤ ਮਿਲੀ ਹੈ, ਸ਼ਕਤੀ ਮਿਲੀ ਹੈ, ਇਹ ਗੁਰੂ ਸਾਹਿਬਾਂ ਦੇ ਜੀਵਨ ਤੋਂ ਲਈ ਉਹਨਾਂ ਨੇ ਜੀ। ਇਸ ਕਰਕੇ ਉਹ ਜਿਹੜੀ ਕਿਸਾਨਾਂ ਦੀ ਸ਼ਹਾਦਤ ਹੋਈ ਹੈ, ਸਾਡੇ ਵਿੱਚ ਨੌਜਵਾਨ ਹੈ, ਬੱਚੇ ਹੈ, ਕਿਸੇ ਦਾ ਵਿਆਹ 10 ਦਿਨ ਹੋਇਆ, 20 ਦਿਨ ਹੋਇਆ, ਇਸ ਕਰਕੇ ਉਹਨਾਂ ਨੇ ਆਪਣੀਆਂ ਪੀੜ੍ਹੀਆਂ ਵਾਸਤੇ, ਆਉਣ ਵਾਲੀਆਂ ਜਨਰੇਸ਼ਨ ਵਾਸਤੇ, ਕਿਉਂਕਿ ਸਰਕਾਰ ਦੀ ਇੱਕੋ ਨੀਤ ਹੈ। ਕਿਉਂਕਿ ਇੰਨਾ ਜ਼ਰੂਰ ਹੈ ਕਿ ਮੈਨੂੰ ਇੱਦਾਂ ਲੱਗਦਾ ਪਿਆ ਕਿ ਜਿੱਦਾਂ ਵੀ ਵਾਹਿਗੁਰੂ ਅਕਾਲ ਪੁਰਖ ਕੋ ਹੱਲ ਕੱਢੇਗਾ, ਕਿਉਂਕਿ ਜਦੋਂ ਸਰਕਾਰਾਂ ਅੱਤ ਕਰ ਦੇਣਾ, ਕਹਿੰਦੇ ਅੱਤ ਦਾ ਫਿਰ ਕੋਈ ਅੰਤ ਹੀ ਹੁੰਦਾ। ਕੋਈ ਜਿੰਨਾ ਮੋਦੀ ਜਿਹੜਾ ਇਹ ਜ਼ੁਲਮ ਕਰ ਰਹੀ ਹੈ ਸਰਕਾਰ, ਪਤਾ ਨਹੀਂ ਇਹਨੂੰ ਇੰਨੇ ਸਲਾਹਕਾਰ ਮਿਲੇ ਹੋਏ ਨੇ, ਇਹਨੂੰ ਕੋਈ ਦਰਦ, ਇਹ 600-700-800 ਕਿਸਾਨ ਜਿਹੜਾ ਹੁਣ ਤੱਕ ਉਹਦੀ ਸ਼ਹਾਦਤ ਹੋ ਚੁੱਕੀ ਹੈ। ਇਸ ਕਰਕੇ ਮੇਰਾ ਖਿਆਲ ਦੀਪ ਸਿੱਧੂ ਨੂੰ ਇਸ ਟਾਈਮ ਦੇ ਉੱਤੇ ਇਹ ਬਿਆਨ ਦੇਣਾ ਜਿਹੜਾ ਇਹ ਸ਼ੋਭਾ ਨਹੀਂ ਦਿੰਦਾ, ਕਿਉਂਕਿ ਕਿਸਾਨ ਜਿਹੜੇ ਇਸ ਵੇਲੇ ਆਪਣੀ ਜਿਹੜੀ ਹੈ ਉਹ ਲੜਾਈ ਜਿਹੜੀ ਇਸ ਵੇਲੇ ਲੜ ਰਹੇ ਨੇ, ਇਸ ਵੇਲੇ ਸੰਘਰਸ਼ ਜਿਹੜਾ ਲੰਮੇ ਸਮੇਂ ਤੱਕ 1 ਸਾਲ ਦੇ ਕਰੀਬ ਹੋ ਗਿਆ ਜੀ। ਇਸ ਕਰਕੇ ਮੇਰਾ ਖਿਆਲ ਹੈ ਵੀ ਇਹ ਬੇਲੋੜਾ ਵਿਵਾਦ ਜਿਹੜਾ ਉਹਨੂੰ ਇੱਕ ਸਮਝਦਾਰ ਇਨਸਾਨ ਨੂੰ ਮੇਰਾ ਖਿਆਲ ਅਜੇ ਪੈਦਾ ਕਰਨ ਦੀ ਲੋੜ ਨਹੀਂ ਸੀ ਜੀ। ਇਹ ਗੱਲਾਂ ਬਾਅਦ ਦੀਆਂ ਨੇ, ਇਹਨੂੰ ਅਸੀਂ ਸ਼ਹੀਦ ਦਾ ਪੈਮਾਨਾ ਕਿੱਥੇ ਤੋਲਣਾ, ਕਿੱਥੇ ਤੋਲਣਾ। ਹਾਂ, ਇਹਨੂੰ ਪੁੱਛੇ ਵੀ ਇੱਥੇ ਤੇ ਲੋਕ ਉਹ ਨੇ ਜਿਹੜੇ ਨੂੰ ਆਪਾਂ ਅੱਤਵਾਦੀ ਕਹਿੰਦੇ ਆ, ਜਿਹੜੇ ਉੱਥੇ ਇੱਕ ਦੂਜੇ ਨੂੰ ਮਾਰੀ ਜਾਣ ਡੇ ਨੇ, ਛੋਟੇ ਛੋਟੇ ਬੱਚਿਆਂ ਤੇ ਜ਼ੁਲਮ ਕਰੀ ਜਾਣ ਡੇ ਨੇ, ਤੇ ਉਹ ਮਰ ਕੇ ਜਦੋਂ ਮਰ ਜਾਂਦੇ ਤੇ ਉਹ ਲੋਕ ਤਾਂ ਉਹਨਾਂ ਨੂੰ ਵੀ ਸ਼ਹੀਦ ਕਹੀ ਜਾਂਦੇ ਨੇ। ਇਹ ਸ਼ਹੀਦ ਸ਼ਬਦ ਦੇ ਬੇਅਦਬੀ ਹੈ, ਪਰ ਕਿਸਾਨ ਤੇ ਫਿਰ ਜਦੋਜਹਿਦ ਕਰ ਰਹੇ ਨੇ। ਇਸ ਕਰਕੇ ਇੱਕ ਕਿਸਾਨੀ ਸੰਘਰਸ਼ ਦੇ ਇਹ ਸ਼ਹੀਦ ਹੀ ਆ। ਇਸ ਕਰਕੇ ਇਹ ਜਿਹੜਾ ਬੇਲੋੜਾ ਵਿਵਾਦ ਹੈ ਜੀ, ਇਹ ਸ਼ਹੀਦ ਨਹੀਂ ਹੋ ਸਕਦੇ, ਹੋ ਸਕਦੇ। ਇਸ ਵੇਲੇ ਗੱਲਾਂ ਕਰਨ ਦੀ ਲੋੜ ਨਹੀਂ ਹੈ। ਇਸ ਵੇਲੇ ਲੋੜ ਹੈ ਕਿ ਇਹ ਸੰਘਰਸ਼ ਜਿਹੜਾ ਹੈ ਇਹਦੇ ਸਾਨੂੰ ਜਿੱਤ ਪ੍ਰਾਪਤ ਹੋਵੇ। ਬਿਲਕੁਲ, ਹਾਂਜੀ, ਬਿਲਕੁਲ। ਔਰ ਕਿਸਾਨੀ ਮੋਰਚਾ ਜੋ ਹੈ ਇੱਕ ਮੋਟਿਵ ਅਸੀਂ ਲੈ ਕੇ ਸਾਰੇ ਜੋ ਹੈ ਅਸੀਂ ਚੱਲੇ ਸੀ ਕਿ ਇੱਕ ਮੋਟਿਵ ਸੀ ਸਿਰਫ ਕਾਲੇ ਕਾਨੂੰਨ ਜੋ ਹੈ ਰੱਦ ਕਰਾਉਣ ਲਈ ਹੀ ਅਸੀਂ ਦਿੱਲੀ ਦੇ ਸਰਹੱਦਾਂ 'ਤੇ ਬੈਠੇ ਸੀ। ਹੋਰ ਸਾਡਾ ਕੋਈ ਨਹੀਂ ਮੋਟਿਵ ਹੋਣਾ ਚਾਹੀਦਾ, ਨਾ ਸਾਨੂੰ ਕਿਸੇ ਵਾਦ ਵਿਵਾਦ 'ਚ ਪੈਣ ਦੀ ਲੋੜ ਹੈ। ਪਰ ਹਾਂ, ਸ਼ਹੀਦ ਇੱਕ ਬੜਾ ਹੀ ਪਵਿੱਤਰ ਸ਼ਬਦ ਹੈ, ਇੱਕ ਅਰਬੀ ਭਾਸ਼ਾ ਦੇ ਵਿੱਚੋਂ ਇਹ ਆਇਆ ਹੋਇਆ ਸ਼ਬਦ ਹੈ।
ਸੋ ਇਹ ਹਰ ਇੱਕ ਦੇ ਨਾਲ ਤਾਂ ਨਹੀਂ ਲੱਗ ਸਕਦਾ, ਪਰ ਕਿਸਾਨ ਜਿਹੜੇ ਦਿੱਲੀ ਵਿੱਚ ਲੜਾਈ ਲੜ ਰਹੇ ਨੇ ਅਸਲ ਵਿੱਚ ਉਹ ਇਨਸਾਨੀਅਤ ਲਈ ਹੀ ਬੈਠੇ ਨੇ, ਮਨੁੱਖਤਾ ਦੇ ਕਰਕੇ ਤੇ ਸਾਡੇ ਪਰਿਵਾਰਾਂ ਨੂੰ ਬਚਾਉਣ ਲਈ ਹੀ ਉੱਥੇ ਜੋ ਹੈ ਉਹ ਜਦੋਜਹਿਦ ਕਰ ਰਹੇ ਨੇ, ਸਰਕਾਰ ਦੇ ਨਾਲ ਜੋ ਹੈ ਮੱਥਾ ਲਾ ਰਹੇ ਨੇ। ਹੁਣ ਇਹ ਕਹਿਣਾ ਕਿ ਉਹ ਸ਼ਹੀਦ ਹਨ ਜਾਂ ਨਹੀਂ, ਇਹ ਮੁੱਦਾ ਵਿਚਾਰਨ ਦਾ ਬਿਲਕੁਲ ਵੀ ਇਹ ਵਾਜਬ ਗੱਲ ਨਹੀਂ ਹੈ ਕਿ ਹੁਣ ਇਹ ਸਮਾਂ ਨਹੀਂ ਹੈ। ਜਦੋਂ ਇਹ ਸਭ ਕਾਲੇ ਕਾਨੂੰਨ ਰੱਦ ਹੋ ਜਾਣ, ਪਰਮਾਤਮਾ ਦੀ ਕਿਰਪਾ ਦੇ ਨਾਲ ਕਿਸਾਨ ਵਾਪਸ ਘਰ ਆ ਜਾਣ, ਫਿਰ ਅਸੀਂ ਇਹ ਚਲੋ ਵਿਚਾਰ ਸਕਦੇ ਹਾਂ ਇਹ ਚੀਜ਼ਾਂ ਸਾਰੀਆਂ। ਪਰ ਉਹਨਾਂ ਦੀ ਕੁਰਬਾਨੀ ਵੀ ਕਿਸੇ ਸ਼ਹੀਦ ਨਾਲੋਂ ਜੋ ਹੈ ਘੱਟ ਨਹੀਂ ਹੈ ਕਿਸਾਨਾਂ ਦੀ, ਅਗਰ ਵੇਖਿਆ ਜਾਏ। ਸਰਕਾਰੀ ਜ਼ੁਲਮ ਨੂੰ ਸਹਾਰਦੇ ਹੋ ਜਿਨ੍ਹਾਂ ਨੇ ਜਾਨ ਦਿੱਤੀ ਹੈ, ਗੱਲ ਤਾਂ ਇਹ ਵੀ ਇੱਕ ਛੋਟੀ ਨਹੀਂ ਹੈ। ਸੋ ਬਾਕੀ ਸਾਡੇ ਵਿਦਵਾਨ ਤੇ ਬੁੱਧੀਜੀਵੀ ਇਸ ਬਾਰੇ ਜੋ ਹੈ ਇਹ ਡਿਬੇਟ ਕਰਨ, ਕਲੈਰੀਫਾਈ ਕਰਨ, ਸੋ ਲੋਕਾਂ ਦੇ ਜੋ ਹੈ ਭਰਮ ਭੁਲੇਖੇ ਜੋ ਦੋ ਧੜਿਆਂ 'ਚ ਵੰਡੇ ਜਾ ਚੁੱਕੇ ਨੇ ਇੰਟਰਨੈਟ 'ਤੇ, ਉਹਨਾਂ ਦੇ ਜੋ ਹੈ ਉਹ ਦੂਰ ਹੋ ਸਕਣ। ਸੋ ਪ੍ਰੋਗਰਾਮ ਦੇ ਅਖੀਰ ਵਿੱਚ ਭਾਈ ਸਾਹਿਬ ਜੀ ਗੱਲ ਕਰਾਂਗੇ, ਰਾਜਨੀਤੀ ਦੀ ਕਰਾਂਗੇ। ਪਿਛਲੇ ਦਿਨੀ ਜੋ ਡਰਾਮਾ ਵਾਪਰਿਆ ਪੰਜਾਬ ਦੇ ਵਿੱਚ, ਕੈਪਟਨ ਅਮਰਿੰਦਰ ਸਿੰਘ ਜੋ ਕਿ ਬੜੇ ਪੁਰਾਣੇ ਸਿਆਸਤਦਾਨ ਨੇ, ਪੁਰਾਣੇ ਖਿਡਾਰੀ ਰਹੇ ਨੇ ਸਿਆਸਤ ਦੇ ਵਿੱਚ, ਉਹਨਾਂ ਨੂੰ ਉਤਾਰ ਕੇ ਜੋ ਹੈ ਇੱਕ ਦਲਿਤ ਸਮਾਜ ਦੀ ਜੋ ਹੈ ਕਰਦੇ ਪਏ ਨੇ, ਉਹਨਾਂ ਨੂੰ ਅੱਗੇ ਲੈ ਕੇ ਆਏ ਨੇ। ਚਰਨਜੀਤ ਸਿੰਘ ਚੰਨੀ ਨੂੰ ਜੋ ਹੈ ਮੁੱਖ ਮੰਤਰੀ ਦੇ ਅਹੁਦੇ 'ਤੇ ਬਿਠਾ ਦਿੱਤਾ ਗਿਆ। ਬੜਾ ਹੀ ਡਰਾਮਾ ਚੱਲਿਆ। 2-4 ਦਿਨ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਆਇਆ, ਫਿਰ ਉਸ ਤੋਂ ਬਾਅਦ ਹੀ 2-4 ਮਿੰਟ ਬਾਅਦ ਜੋ ਹੈ ਚਰਨਜੀਤ ਸਿੰਘ ਚੰਨੀ ਨੂੰ ਕੁਰਸੀ 'ਤੇ ਬਿਠਾ ਦਿੱਤਾ ਗਿਆ। ਇਸ ਚੀਜ਼ ਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਵਾਰ ਫਿਰ ਜੋ ਹੈ ਸਾਡੇ ਜ਼ਮੀਨੀ ਮੁੱਦੇ ਜੋ ਹੈ ਦੱਬੇ ਗਏ ਨੇ। ਇਹਨਾਂ ਦੀ ਚੌਧਰਾਂ ਦੇ ਵਿੱਚ ਸਾਡੇ ਮੁੱਦੇ ਦੱਬੇ ਗਏ ਨੇ, ਕਿਉਂਕਿ 4 ਮਹੀਨੇ ਦਾ ਸਮਾਂ ਰਹਿ ਗਿਆ। ਹੁਣ ਇਹਨੇ ਕੀ ਕਰਨਾ ਕੀ ਨਹੀਂ, ਇਹ ਤਾਂ ਸਮਾਂ ਦੱਸੇਗਾ। ਪਰ ਕਿਸ ਤਰ੍ਹਾਂ ਦੇਖਦੇ ਹੋ ਇਸ ਹਲਚਲ ਨੂੰ? ਦੇਖੋ, ਗੱਲ ਇਹ ਆ ਵੀ ਜਿਹੜੇ ਰਾਜਨੀਤਿਕ ਲੋਕ ਕੈਪਟਨ ਨੂੰ ਪਹਿਲਾਂ ਵੀ 5 ਸਾਲ ਵੇਖਿਆ, ਬਾਦਲ ਹੋਣਾ ਨੂੰ ਵੀ ਵੇਖਿਆ ਜੀ, ਤੇ ਕੈਪਟਨ ਨੇ ਹੁਣ ਜਿਹੜਾ ਰਾਜ ਕੀਤਾ ਉਹ ਵੀ ਤੁਹਾਡੇ ਸਾਹਮਣੇ ਹੀ ਹੈ ਜੀ। ਕਾਹਦਾ ਰਾਜ ਕੀਤਾ? ਤੇ ਉਹਨੇ ਸੋਚਿਆ ਵੀ ਹੁਣ 78-80 ਮੇਰੇ ਕੋਲ MLA ਮੈਨੂੰ ਕੋਈ ਲਾ ਹੀ ਨਹੀਂ ਸਕਦਾ। ਤੇ ਕੁਦਰਤ ਦਾ ਇੱਕ ਨਿਯਮ ਹੈ, ਉਹਦੇ ਝੂਠੀਆਂ ਸੋਹਾਂ ਖਾ ਕੇ ਹੱਥ ਕੀਤੀ ਦੀ ਸੀ। ਹਾਂਜੀ। ਤੇ ਉਹ ਬਸ ਕੁਦਰਤ ਉਹਨੇ ਕੀ ਕਹਿੰਦੇ ਹੁੰਦੇ ਨੇ, ਇਹ ਆਪਣਾ ਪਲਟਵਾਰ ਕੀਤਾ, ਮਤਲਬ ਕਿ ਹਾਂਜੀ ਕਹਿ ਸਕਦੇ ਹਾਂ। ਬਸ ਉਹਨੂੰ ਲੱਥਣਾ ਪਿਆ, ਬੇਇੱਜ਼ਤ ਹੋਇਆ। ਤੇ ਬਾਕੀ ਬੇਇੱਜ਼ਤੀ ਰਾਜਨੀਤਿਕ ਲੋਕ ਜਿਹੜੇ ਨਾ ਬਹੁਤ ਹੀ ਮਹਿਸੂਸ ਨਹੀਂ ਕਰਦੇ ਹੁੰਦੇ। ਤੇ ਉੱਥੇ ਵਿਚਾਰਾ ਇੱਕ ਇਹ ਪੋਲਿਟਿਕਸ ਹੈ, ਬੜੀ ਗੰਦੀ ਹੈ। ਉਹ ਮੈਂ ਕੀ ਕਹਿੰਦਾ, ਮੈਂ ਕਿਹਾ 2 ਜਣੇ ਦਿੱਲੀ ਤੋਂ ਆਏ ਤੇ ਇਹਨਾਂ ਦੇ ਪੱਲੇ ਤੇ ਕੀ, ਇਹਨਾਂ ਦੇ MLA ਜਿੱਤੇ, ਲੋਕਾਂ ਵਿਚਾਰੇ ਭੋਲੇ ਭਾਲੇ ਨਾਲ ਵੋਟਾਂ ਪਾੜੀਆਂ, ਕਿਸੇ ਦੇ ਪਾਉਣੇ ਪੈਂਦੀਆਂ, ਕਿਸੇ ਦੇ ਸਿਰ 'ਚ ਸੁਆਹ ਪਾਉਣੇ ਪੈਂਦੀ ਹੈ ਨਾ, ਵੀ ਕੀ ਕਰਨ ਲੋਕ ਕਿੱਥੇ ਜਾਣ। ਕੋਈ ਸਿਸਟਮ ਹੀ ਇੱਦਾਂ ਦਾ ਆ ਵੀ ਵੋਟ ਕਰਨੀ। ਤੇ ਵੋਟਾਂ ਪਾ ਕੇ ਇਹਦੀ ਲਾਟਰੀ ਇਹਦੀ ਨਿਕਲ ਆਈ ਸੀ ਚੰਗੇ ਤਰੀਕੇ ਨਾਲ ਕੈਪਟਨ ਦੀ। ਤੇ ਰਾਜ ਭਾਗ ਨੇ ਜਿੱਦਾਂ ਦਾ ਕੀਤਾ ਤੁਹਾਡੇ ਸਾਹਮਣੇ ਹੀ ਆ, ਕਹਿਣ ਦੀ ਲੋੜ ਹੀ ਨਹੀਂ, ਇਹਦੀ ਵਿਆਖਿਆ ਕਰਨ ਦੀ ਵੀ ਲੋੜ ਨਹੀਂ। ਤੇ ਬਾਕੀ ਫਿਰ ਡਰਾਮਾ ਜਿਹੜਾ ਆ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ, ਪਹਿਲਾਂ ਕਿਹਾ ਸੀ ਵੀ ਜਾਤ ਪਾਤ ਦਾ ਪੱਤਾ ਇਹ ਖੇਡਦੀਆਂ ਨੇ। ਇਹ BJP ਨੇ ਖੇਡਿਆ ਸੀ ਵੀ ਅਸੀਂ ਇਹ ਦਲਿਤ ਜਿਹੜਾ ਹੈ ਮੁੱਖ ਮੰਤਰੀ ਬਣਾਵਾਂਗੇ। ਤੇ BJP ਨੂੰ ਪੁੱਛੇ ਵੀ ਜੇ ਤੁਸੀਂ ਦਲਿਤਾਂ ਨਾਲ ਬੜੀ ਹਮਦਰਦੀ ਕਰਦੇ ਹੋ ਤੇ ਕਿੰਨੀਆਂ ਸਟੇਟਾਂ ਵਿੱਚ ਤੁਹਾਡੀਆਂ ਭਾਰਤੀ ਸਰਕਾਰਾਂ ਨਾਲ, ਤੇ ਤੁਸੀਂ ਉੱਥੇ ਬਣਾ ਦਿਓ। ਇੱਕ ਪੰਜਾਬ ਹੀ ਤੁਹਾਨੂੰ ਦਿਖਦਾ। ਦੂਸਰੀ ਗੱਲ ਰਹੀ ਪੰਜਾਬ ਦੇ ਵਿੱਚ ਸਾਨੂੰ ਤੇ ਗੁਰੂ ਸਾਹਿਬ ਨੇ ਸਭ ਨੂੰ ਬਰਾਬਰ ਬਣਾਇਆ ਹੋਇਆ ਹੈ। ਸਾਡੇ ਜਿਹਦੇ ਜਾਤ ਪਾਤ ਦਾ ਉਹ ਚੱਕਰ ਹੈ ਹੀ ਨਹੀਂ। ਤੇ ਇੱਕ ਪੱਗ ਵਾਲਾ ਸਰਦਾਰ ਜਿਹੜਾ ਹੈ, ਅਸੀਂ ਇੱਕ ਵੇਖ ਹੀ ਲਏ ਨੇ, ਕੈਪਟਨ ਵੀ ਪੱਗ ਬੰਨਦਾ ਰਿਹਾ, ਬਾਦਲ ਵੀ ਪੱਗ ਬੰਨਦਾ, ਬੇਅੰਤਾ ਬਚੜੀ ਵੀ ਪੱਗ ਬੰਨਦਾ ਰਿਹਾ। ਇਹਨਾਂ ਪੱਗਾਂ ਵਾਲਾ ਸਾਡਾ ਕੀ ਸਵਾਰਿਆ। ਤੇ ਦੂਸਰੀ ਗੱਲ ਇਹ ਆ ਵੀ ਇਹਨਾਂ ਨੇ ਰੰਧਾਵੇ ਦਾ ਨਾਂ ਆਇਆ ਸੀ, ਉੱਥੇ ਲੱਡੂ ਲੁੱਡੂ ਵੰਡੇ ਗਏ, ਫਿਰ ਨਾਂ ਖਿੱਚ ਪਿੱਛੇ ਖਿੱਚ ਲਿਆ। ਉਹਨਾਂ ਨੇ ਆਪਣੇ ਲੱਤਾਂ ਤੋਂ ਖਿੱਚਣ ਵਾਲੇ ਰਾਜਨੀਤਿਕ ਲੋਕ ਨੇ, ਇਹਨਾਂ ਦੇ ਵਿੱਚ ਆਪਾਂ ਕੀ ਕਹਿਣਾ, ਨਾ ਇਹਦੇ ਬਹੁਤਾ ਪੈਣ ਦੀ ਲੋੜ ਹੀ ਆ, ਮਾੜੀ ਕਿਸਮ ਦੇ ਲੋਕਾਂ ਦੀ ਆ। ਬਾਕੀ ਇਹ ਜਿਹੜਾ ਚਰਨਜੀਤ ਸਿੰਘ ਚੰਨੀ ਹੈ, ਇਹਨਾਂ ਨੇ ਆਪਣੇ ਲੋਕ ਤਾਂ ਬਣਾ ਦਿੱਤਾ ਵੀ ਸਾਨੂੰ ਇੱਕ ਤਾਂ ਇਹ ਦਲਿਤ ਵੋਟ ਜਿਹੜੀ ਹੈ ਉਹ ਮਿਲ ਜੇਗੀ। ਤੇ ਜਿੱਦਾਂ ਵੀ ਇਹਨੇ ਸੁਖਬੀਰ ਬਾਦਲ ਕਹਿੰਦਾ ਵੀ ਮੈਂ ਇਹਨੂੰ ਉਪ ਮੁੱਖ ਮੰਤਰੀ ਬਣਾਵਾਂਗਾ, ਇੱਕ ਦਲਿਤ ਬਣਾਵਾਂਗਾ, ਇੱਕ ਹਿੰਦੂ ਬਣਾਵਾਂਗਾ। ਇਹਨਾਂ ਵੀ ਉਹ ਡਰਾਮਾ ਕਰਤਾ ਵੀ ਚੱਲ ਠੀਕ ਹੈ, ਪੁੱਛਣ ਵਾਲਾ ਕੋਈ ਹੈ ਨਹੀਂ, ਅਸੀਂ ਹੁਣ ਜਿੱਤੇ, ਅਗਲੀ ਵਾਰੀ ਬਣੀ ਜਿੱਤਣਾ, ਇਸ ਕਰਕੇ ਆਪਾਂ ਇਹ ਪੱਤਾ ਖੇਡ ਲੈਂਦੇ ਹਾਂ। ਬਾਕੀ ਚੰਨੀ ਜਿਹੜਾ ਹੈ ਉਹਦੇ ਜਿਹੜੀਆਂ ਉਹਨੇ ਗੱਲਾਂ ਬਾਤਾਂ ਕੀਤੀਆਂ, ਇਹ ਕੈਪਟਨ ਅਮਰਿੰਦਰ ਸਿੰਘ ਜਿਹੜਾ ਇਹਦੇ ਮਹੱਲਾਂ 'ਚ ਪਲਿਆ, ਇਹਨੂੰ ਪਤਾ ਗਰੀਬੀ ਕੀ ਆ। ਤੇ ਇਹ ਜਿਹੜਾ ਚੰਨੀ ਆ ਉਹ ਕਹਿੰਦਾ ਵੀ ਮੈਂ ਰਿਕਸ਼ਾ ਵੀ ਚਲਾਇਆ ਤੇ ਮੈਂ ਟੈਂਟ ਵੀ ਲਾਉਂਦਾ ਰਿਹਾ। ਤੇ ਜਦੋਂ ਮੈਂ ਜੰਮਿਆ ਉਹ ਘਰ ਦੇ ਉੱਤੇ ਛੱਤ ਨਹੀਂ ਸੀ, ਮੈਂ ਗਰੀਬੀ ਵੇਖੀ ਆ ਤੇ ਮੈਨੂੰ ਪਤਾ ਗਰੀਬ ਦਾ ਦਰਦ ਕੀ ਹੁੰਦਾ। ਤੇ ਅਸੀਂ ਜਿਹੜੇ 4 ਮਹੀਨੇ ਇਹਨਾਂ ਕੋਲ ਹੈ ਆ, ਅਸੀਂ ਦੇਖੋ ਅਜੇ ਤੇ ਉਹ ਬਣਿਆ, ਸਾਡੀ ਉਹਦੇ ਨਾਲ ਕੋਈ ਦੁਸ਼ਮਣੀ ਆ ਤੇ ਨਾ ਹੀ ਰਾਜਨੀਤੀ ਕਰਨੀ ਹੈ ਤੇ ਨਾ ਹੀ ਰਾਜਨੀਤਿਕ ਹੈ ਆ। ਬਿਲਕੁਲ ਇਹਨਾਂ ਜ਼ਰੂਰ ਅਸੀਂ ਕਹਿੰਦੇ ਹਾਂ ਵੀ ਉਹਨੇ ਇਹ ਜਿਹੜੀ ਉਹਨੇ ਪੰਕਤੀਆਂ ਵਰਤੀਆਂ ਸੀ ਕਿ ਇਹਨੇ ਕਿਰਪਾ ਕੇ ਸੱਜੇ ਹਾਂ। ਮੈਂ ਉਹਨੂੰ ਚਲੋ ਅੱਗੇ ਬਾਣੀ ਪੜ੍ਹਦੇ ਇਹਨਾਂ ਨੂੰ ਪਤਾ ਨਹੀਂ ਪੰਕਤੀਆਂ ਦਾ, ਤੇ ਇਹਨੇ ਗਰੀਬ ਸਿੱਖ ਨੂੰ ਕੋ ਦਿਓ ਪਾਤਸ਼ਾਹੀ, ਉਹਨੂੰ ਨਹੀਂ ਸੀ ਕਲੀਅਰ ਹੋ ਰਿਹਾ ਉਹਦੇ ਕੋਲੋਂ। ਯਾਦ ਕਰੇ ਹਮਾਰੇ ਗੁਰੂ ਸਾਹਿਬ ਨੇ ਤੇ ਮਾਣ ਹੀ ਉਹਨਾਂ ਨੂੰ ਦਿੱਤਾ। ਤੇ ਦੂਸਰੀ ਗੱਲ ਹੈ ਵੀ ਉਹਦੀ ਦੇਖੋ ਜਿਹੜੀ ਸਿਰ 'ਤੇ ਨੇ ਪੱਗ ਬੰਨੀ ਸੀ, ਉਹਦਾ ਕਾਂਗਰਸ ਨੇ ਫਾਇਦਾ ਲੈ ਲਿਆ ਵੀ ਚਲੋ ਇੱਕ ਤਾਂ ਸੀਗਾ ਵੀ ਇਹ ਸਿੱਖ ਵੀ ਹੈ
ਤੇ ਗੱਲ ਇਹ ਆ ਵੀ ਸਿੱਖ ਹੋਣਾ ਜਿਹੜਾ ਹੈ ਉਹਦੀ ਸਿੱਖ ਉਹਦਾ ਜਿਹੜਾ ਬੇਨਤਾ ਬਚੜੀ ਵੀ ਸਿੱਖੀ ਸੀ, ਪਰ ਸਿੱਖੀ ਵਿਚਾਰਧਾਰਾ ਤਾਂ ਨਹੀਂ। ਤੇ ਜਿਹੜੇ ਹੋਰ ਬੈਠੇ ਨੇ ਹੁਣ ਇਹ ਕੈਪਟਨ ਸਿੱਖ ਦੇ ਮਸਲਾ ਵੀ ਸਿੱਖੀ ਵਿਚਾਰਧਾਰਾ ਹੋਣਾ ਚਾਹੀਦੀ। ਉਹਨੇ ਚਮਕੌਰ ਦੇ ਸ਼ਹੀਦਾਂ ਦੀ ਗੱਲ ਕੀਤੀ ਹੈ, ਗੁਰੂ ਕੇ ਬੱਚਿਆਂ ਦੀ ਗੱਲ ਕੀਤੀ ਹੈ। ਉਹਨੇ ਇਹ ਗੱਲ ਜਿਹੜੀ ਮੈਨੂੰ ਉਹਦੀ ਵਧੀਆ ਲੱਗੀ ਆ, ਉਹਨੇ ਕਿਹਾ ਵੀ ਮੇਰਾ ਗੁਰੂ ਜਿਹੜਾ ਆ ਸਾਰਾ ਕੁਝ ਉਹਦੇ ਥੱਲੇ ਆ। ਇਹ ਮਤਲਬ ਕਿ ਗੁਰੂ ਪ੍ਰਤੀ ਆਸਥਾ ਜਿਹੜੀ ਉਹਨੇ ਇਹ ਪ੍ਰਗਟ ਕੀਤੀ ਹੈ। ਤੇ ਮੇਰਾ ਖਿਆਲ ਹੈ ਵੀ ਉਹਨੇ ਹੋਰ ਵੀ ਜਿਹੜੇ ਉਹਨੇ ਕਿਹਾ ਵੀ ਜਿਹੜੇ ਗਰੀਬ ਹੈ ਉਹਨਾਂ ਵਾਸਤੇ ਅਸੀਂ ਇਹ ਗਰੀਬਾਂ ਦਾ ਭਲਾ ਕਿੱਦਾਂ ਕਰਨਾ ਇਹ ਕਰਾਂਗੇ। ਕੁਝ ਉਹਨੇ ਐਲਾਨ ਵੀ ਕੀਤੇ ਨੇ, ਅਸੀਂ ਆਸਬੰਦ ਹਾਂ, ਸਾਡੀਆਂ ਸ਼ੁਭ ਇਛਾਵਾਂ ਵੀ ਚੰਗੀ ਗੱਲ ਹੈ ਸਾਨੂੰ। ਤਾਂ ਮੈਂ ਕਹਿੰਦਾ ਕਿ ਦੇਖੋ ਉੱਥੇ ਕੋਈ ਹਿੰਦੂ ਹੋਵੇ, ਸਿੱਖ ਹੋਵੇ, ਜਿਹੜਾ ਮਰਜ਼ੀ ਹੋਵੇ, ਵਧੀਆ ਕੰਮ ਕਰੇ। ਅਸੀਂ ਅਕਾਲੀ ਵੀ ਵੇਖੇ ਨੇ, ਉਹਨਾਂ ਕਿੰਨਾ ਕੁ ਭਲਾ ਕੀਤਾ, ਕਾਂਗਰਸੀ ਵੀ ਵੇਖੇ ਨੇ। ਇਹ ਵੀ ਕਾਂਗਰਸ ਵੱਲੋਂ ਆਇਆ, ਇਹ ਵੀ ਉਹਨਾਂ ਬਣਾਇਆ। ਇਹ ਵੀ ਜੇ ਚੰਗੇ ਕੰਮ ਕਰੇਗਾ ਜੀ ਤੇ ਲੋਕਾਂ ਚੰਗਾ ਕਹਿਣਾ, ਤੇ ਮਾੜਾ ਕਰੇਗਾ ਤੇ ਕੈਪਟਨ ਲਾਂਤਾਂ ਪੈਣੀਆਂ, ਬਾਦਲ ਹੋਣ ਪੈਣੀਆਂ, ਇਹਨੂੰ ਵੀ ਪਈ ਜਾਣਗੀਆਂ। ਇਸ ਕਰਕੇ ਆਸ ਕਰਦੇ ਹਾਂ। ਮੇਰਾ ਖਿਆਲ ਹੈ ਵੀ ਵੇਖੋ 4 ਮਹੀਨੇ ਇਹਦੇ ਕੋਲ ਹੈ ਨਾ, ਤੇ ਜੇ ਉਹ ਚੰਗਾ ਕਰ ਗਿਆ, ਕੁਛ ਸ਼ੁਰੂ ਵਧੀਆ ਕਰ ਗਿਆ, ਮੇਰਾ ਖਿਆਲ ਹੈ ਠੀਕ ਹੀ ਰਹੇਗਾ। ਤੇ ਸਾਡੇ ਵੱਲੋਂ ਮੁਬਾਰਕਬਾਦ ਹੈ। ਤੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਇਹ ਰਾਜ ਭਾਗ ਜਿਹੜਾ ਹੈ ਉਹ ਇਹ ਗੁਰਮਤਿ ਦੀ ਰੋਸ਼ਨੀ ਵਿੱਚ ਕਰਨ। ਮਨੁੱਖਤਾ ਦਾ ਭਲਾ ਹੈ, ਜਿਹੜਾ ਮਨੁੱਖਤਾ ਦਾ ਭਲਾ ਕਰਦਾ ਉਹ ਰਾਜਾ ਹੁੰਦਾ। ਰਾਜੇ ਦਾ ਅਰਥ ਹੁੰਦਾ ਰੱਜਿਆ ਹੋਇਆ, ਤੇ ਇਹ ਦੂਜਿਆਂ ਤੇ ਭੁੱਖੀ ਖਿਲਾਰੀ ਸੀ। ਇਸ ਕਰਕੇ ਵੇਖਦੇ ਹਾਂ ਅੱਗੇ ਅੱਗੇ, ਦੇਖੋ ਹੁੰਦਾ ਹੈ ਕਿਆ ਜੀ। ਤੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪਿਛਲੀਆਂ ਚੋਣਾਂ ਦੇ ਵਿੱਚ 2017 ਵਾਲੀਆਂ ਚੋਣਾਂ 'ਚ ਇਹ 2 ਖਾਸ ਕਰ ਮੁੱਦਿਆਂ ਨੂੰ ਲੈ ਕੇ ਹੀ ਉਹਨਾਂ ਨੇ ਆਪਣੀ ਸਰਕਾਰ ਬਣਾਈ ਸੀ। ਇੱਕ ਤੇ ਸੀ ਨਸ਼ਾਖੋਰੀ ਜੋ ਖਤਮ ਕਰਨੀ ਹੈ, ਦੂਜਾ ਜੋ ਹੈ ਬੇਅਦਬੀ ਵਰਗੇ ਮੁੱਦਿਆਂ ਨੂੰ ਹੱਲ ਕਰਨਾ ਔਰ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ। ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਉਹਨਾਂ ਨੇ ਇਹ ਗੱਲਾਂ ਕਹੀਆਂ ਸਨ। ਸੋ ਇਹ ਉਹਨਾਂ ਨੂੰ ਹੁਣ ਜਿਹੜਾ ਹੈ ਸਜ਼ਾ ਮਿਲ ਚੁੱਕੀ ਜਾਪਦੀ ਹੈ ਕਿ ਕੁਰਸੀ ਤੋਂ ਲਾਹ ਦਿੱਤਾ ਗਿਆ, ਕਿਉਂਕਿ ਦੋਵੇਂ ਮਸਲੇ ਹੱਲ ਹੀ ਨਹੀਂ ਹੋਏ ਅਜੇ ਤੱਕ। 4.5 ਮਹੀਨਿਆਂ ਦਾ ਸਮਾਂ ਤਕਰੀਬਨ ਰਹਿ ਗਿਆ। ਸੋ ਇਹ ਜੋ ਹੈ ਹੁਣ ਇੱਕ ਨਵਾਂ ਪੱਤਾ ਖੇਡਿਆ ਕਾਂਗਰਸ ਨੇ, ਦਲਿਤ ਵੋਟ ਬੈਂਕ ਦੇ ਵਿੱਚ ਜੋ ਹੈ ਸੰਨ ਲਾਉਣ ਦਾ ਇਹਨਾਂ ਨੇ ਕੰਮ ਕੀਤਾ ਹੈ। ਕਿੰਨਾ ਕੁ ਇਹ ਕਾਰਗਰ ਇਹਨਾਂ ਵਾਸਤੇ ਰਹੇਗਾ ਵੇਖਣਾ ਹੋਏਗਾ। ਹਾਂ, ਇੱਕ ਇਹਨਾਂ ਨੇ ਜ਼ਰੂਰ ਥੋੜ੍ਹੀ ਹਲਚਲ ਕੀਤੀ ਹੈ, ਕੈਬਨਿਟ ਦੀ ਮੀਟਿੰਗ ਵੀ ਬੁਲਾ ਕੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਦੀਆਂ ਜੋ ਹੈ ਤਨਖਾਹਾਂ ਦੇ ਵਿੱਚ 15% ਦਾ ਜੋ ਵਾਧਾ ਕਰ ਦਿੱਤਾ ਹੈ। ਪਰ ਇੱਕ ਵਿਅੰਗ ਵੀ ਚੱਲ ਰਿਹਾ ਹੈ ਫੇਸਬੁੱਕ ਦੇ ਉੱਪਰ ਕਿ ਹੁਣ ਮਨਪ੍ਰੀਤ ਸਿੰਘ ਬਾਦਲ ਨੂੰ ਫਿਕਰ ਪੈ ਗਿਆ, ਕਿਉਂਕਿ ਉਹਨਾਂ ਦਾ ਤਾਂ ਹਮੇਸ਼ਾ ਹੀ ਬਿਆਨ ਰਹਿੰਦਾ ਖਜ਼ਾਨਾ ਖਾਲੀ ਹੈ। ਸੋ ਕਿੱਦਾਂ ਤਨਖਾਹਾਂ ਦੇਣਗੇ, ਕਿੱਦਾਂ 4 ਮਹੀਨੇ ਕੱਢਣਗੇ ਆਪਣੇ ਖਾਲੀ ਖਜ਼ਾਨੇ ਦੇ ਨਾਲ, ਇਹ ਦੇਖਣਾ ਹੋਏਗਾ। ਸੋ ਪ੍ਰੋਗਰਾਮ ਦੇ ਅਖੀਰ ਵਿੱਚ ਅਸੀਂ ਆਪਣੇ ਦਰਸ਼ਕਾਂ ਤੋਂ ਇਜਾਜ਼ਤ ਚਾਹਾਂਗੇ। ਅਗਲੇ ਦਿਨਾਂ ਵਿੱਚ ਫਿਰ ਅਸੀਂ ਕਿਸੇ ਨਵੇਂ ਮੁੱਦਿਆਂ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ ਔਰ ਭਾਈ ਸਾਹਿਬ ਜੀ ਦੇ ਨਾਲ ਜਾਂਦੀ ਵਾਰ ਦੀ ਫਤਿਹ ਦੀ ਸਾਂਝ ਪਾਉਂਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।